ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਦੀ ਫਾੜ ਕੇ ਤੇ ਮੇਰੇ ਪੱਗ ਮਿਲਾ ਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ, ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆਹ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ? ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ? ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ
ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਿਆ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜਦੇ ਉਹਨਾਂ ਤੋਂ ਖਤਰਾ ਹੈ। ਉਹਨਾਂ ਦੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ।
ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ। ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ, ਜਿਹੜੀ ਸ਼ਾਂਤੀ ਕਰ ਰਹੇ ਹਾਂ। ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਏਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਕੌਮ, ਕੋਈ ਹੋਰ ਕੌਮ, ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾਸਤੇ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੀਆਂ ਧੀਆਂ ਬੇਟੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ। ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ। ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ। ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ। ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ, ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ,
ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ। ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ। ਉਹ ਵੀਰ, ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ। ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ। ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ। ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਕਹਿੰਦੇ ਪਰਵਾਨੇ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ, ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ। ਹਾਂਜੀ, ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਹੈ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ,
ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ, ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਈਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ, ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਹੈ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ ਇੱਕ ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ, ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਦਾ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕ ਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਕੇ ਆਇਆ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ, ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ, 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ, ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ, ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ, ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ।
ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ। ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ ਪਰ ਬਾਈ ਦਾ ਬਚਨ ਪ੍ਰਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ ਉੱਥੇ, ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ
ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ? ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ? ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀਓਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵਾਲਾ, ਪਰ ਚਿੱਟਾ ਦਿੱਲੀਓਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ।
ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਿਆ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ, ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ, ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ, ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ, ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ, ਮਖੂ ਆ, ਉਹਦਾ ਚੈਨਲ ਬੰਦ ਕਰਤਾ, ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਨਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ, ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ, ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ। ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਅਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਅਤੇ ਜੇ ਕੌਮ ਇਨਸਾਫ ਲੱਭੇਗੀ ਅਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਅਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਅਤੇ ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ, ਇਲੈਕਸ਼ਨ ਕੋਈ ਨਹੀਂ 24 ਆ ਜਾਣਾ, ਵੇਖ ਲਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ ਕਰ ਰਹੇ ਹਾਂ। ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੇ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ, ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ,
ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰ ਨਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਕੌਮ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ ਭੈਣਾਂ ਸਾਡੀਆਂ ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਇਹ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜ਼ਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ।
ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ ਦੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕੌਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ ਦੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ, ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ, ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭੈਣ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ, ਕਿਰਾਇਆਂ ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ, ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ, ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ, ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਹੈ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੀ ਲੱਤਾਂ ਖਿੱਚਦੇ ਨੇ, ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ, ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਹੈ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕੰਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ ਰੋਜ਼। 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਦੇਣਾ, ਮੇਰਾ ਉਹਦੇ 'ਚ ਧਿਆਨ ਆ ਹੁਣ, ਉਹਦੇ 'ਚ ਬਿਜ਼ੀ ਹੈ। ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ ਕੋਈ ਕਹਿੰਦਾ ਡਰ ਗਏ ਵਿਕ ਗਏ, ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, ਯੂਟਿਊਬ 'ਤੇ ਵਿਦਵਾਨ ਹੈ, ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ, ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ,
ਕੁਝ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ ਤੇ ਕੀ ਘਟਨਾ ਸੀ, ਉੱਥੇ ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਹੁੰਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਗਿਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ, ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ, ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੀ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ। ਅਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜ੍ਹਾ ਕਰਨਾ ਮੈਨੂੰ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ। ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ 'ਤੇ। ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ, ਆਡੀਓ ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਆਪਾਂ? ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ, ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ।
ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ ਉਹ PhD? ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ ਦੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ। ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿੱਦਾਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ?
ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਤੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਹੈ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ 'ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ, ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਿਆ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ ਹੈ। ਉਹਨਾਂ ਦੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੇ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਨਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨਾਂ ਤਾਂ ਖਬਰ ਦਿਖਾਉਣੀ ਆ।
ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਸੋ ਇਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ, ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ। ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਹੈ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ ਕਰ ਰਹੇ ਹਾਂ। ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ, ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ
ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ ਤੇ ਤੁਸੀਂ ਉਸ ਲੈਵਲ ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਆ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਲਗਾਵਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ ਦੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ, ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ।
ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ। ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ। ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ ਇੱਕ ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਹਨਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਣਾ ਪਰਵਾਨੇ ਦਾ? ਭਾਜੀ ਕਸੂਰ ਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਕੇ ਆਇਆ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ।
ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੀ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ, ਅਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਉਣ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਅਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤਾਂ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ 'ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ,
ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ। ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ। ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ? ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ? ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ।
ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀਓਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵਾਲਾ, ਪਰ ਚਿੱਟਾ ਦਿੱਲੀਓਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਨਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ। 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ। 4 ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਅਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਅਤੇ ਜੇ ਕੌਮ ਇਨਸਾਫ ਲੱਭੇਗੀ ਅਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਅਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਅਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ,
ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ। ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਏਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰ ਦਾਂਗੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਇਹ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜ਼ਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਕਿ ਨਹੀਂ ਮਿਲਦੀ ਪਈ ਆ। ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ। ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ,
ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ ਤੇ ਕਾਰਵਾਈ ਕਰੋ। ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ, ਉਹਦੇ ਕੋਲ ਕੀ ਨਿਕਲਿਆ। ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ। ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ। ਉਹ ਵੀਰ, ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ। ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ ਇਹੀ ਲੋਕ। ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ। ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ। ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ। ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਹੈ ਉਹਨੂੰ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਦੇ ਮਾਰਿਆਂ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ। ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ। ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪਰਵਾਨੇ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ, ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ, ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ।
ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ, ਇਹਦਾ ਕਿਰਾਏ ਤੇ ਆ, ਜੇ ਸੜਕ ਤੇ ਵੀ ਰਹਿਣਾ ਪੈ ਗਿਆ, ਕੁੱਲੀ ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ, ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ, ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਤਾਂ ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕੰਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ ਰੋਜ਼ 200 300 400 ਰੋਜ਼। ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ ਹੁਣ, ਉਹਦੇ 'ਚ ਬਿਜ਼ੀ ਹੈ। ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ, ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ, ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ, ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪਿਆ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕ ਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿਤਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਉੱਥੇ ਕੀ ਘਟਨਾ ਸੀ, ਉੱਥੇ ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਹੁੰਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ 'ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ, ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਗਿਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ, ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ। ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ।
ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ ਪਰ ਬਾਈ ਦਾ ਬਚਨ ਪ੍ਰਦਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ ਉੱਥੇ, ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ ਦੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ, ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ, ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਤਾਂ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ,
ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਆ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ, ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ
ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ, ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਿਆ, ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਫੜ ਲਏ, ਉਹਨਾਂ ਤੋਂ ਖਤਰਾ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ, ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ, ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨਾਂ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ, ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ, ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਹੈ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ।
ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਆ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ, ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਕੌਮ, ਕੋਈ ਹੋਰ ਕੌਮ, ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ, ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਿੱਚ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਆ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਜਿਹਨਾਂ ਦਾ ਰਾਜ ਹੈ ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਆ ਕਿ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ। ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਹੁੰਦੇ।
ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ ਦੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਅਣਖ ਗੈਰਤ ਦੀ ਗੱਲ ਹੁੰਦੀ ਹੈ ਉੱਥੇ, ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਭੈਣ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ, ਕਿਰਾਇਆਂ ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਦੇ ਮਾਰਿਆਂ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ। ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ ਤੇ ਆ, ਜੇ ਸੜਕ ਤੇ ਵੀ ਰਹਿਣਾ ਪੈ ਗਿਆ, ਕੁੱਲੀ ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਈਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਦੇਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਹਨਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ।
ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕ ਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਝ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ ਤੇ ਕੀ ਘਟਨਾ ਸੀ, ਉੱਥੇ ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ ਹੈ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ। ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਉਣ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਆਪਾਂ? ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ
ਸਾਡੀ ਕੌਮ ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚ ਬਰਾਬਰ ਖੜ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ ਉੱਥੇ, ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ। ਤੇ ਜਥੇਦਾਰ ਉੱਪਰ ਸਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫਲੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਦੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਰ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਆ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ।
ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀਓਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀਓਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜਦੇ ਉਹਨਾਂ ਤੋਂ ਖਤਰਾ ਹੈ। ਉਹਨਾਂ ਦੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ,
ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਆ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ, ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ, ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ। ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ, ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ, ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ, ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ, ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ
ਸਰੀਰਕ ਸ਼ੋਸ਼ਣ ਕੀਤਾ ਹੈ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੇਟੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਆ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਆ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਹੈ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਕਿ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ। ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ।
ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਆ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਦੇ ਮਾਰਿਆਂ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ। ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ ਮੇਰੇ ਨਾਲ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ। ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ। ਤਾਂ ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕੰਸੈਪਟ ਆ। ਮੈਂ ਉਹਦੇ 'ਤੇ ਕੰਮ ਕਰਦਾ ਰੋਜ਼। 200 300 400 ਰੋਜ਼। ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ। ਮੇਰਾ ਉਹਦੇ 'ਚ ਧਿਆਨ ਆ ਹੁਣ, ਉਹਦੇ 'ਚ ਬਿਜ਼ੀ ਹੈ। ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ। ਕੁਝ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਹੁੰਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ 'ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ।
ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਗਿਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਅਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜ੍ਹਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ 'ਤੇ। ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ, ਆਡੀਓ ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪ੍ਰਦਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ? ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਅਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤਾਂ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ 'ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ, ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ।
ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚ ਲੈ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਤੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ। ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ।
ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ। 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ,
ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਹੈ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ। ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਿੱਚ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਆ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਜਦੋਂ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਜਿਹਨਾਂ ਦਾ ਰਾਜ ਹੈ ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਆ ਕਿ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ,
ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ। ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ। ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ। ਉਹ ਵੀਰ, ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ। ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭੈਣ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ, ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ। ਹਾਂਜੀ, ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ।
ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ, ਕਿਰਾਏ ਤੇ ਆ, ਜੇ ਸੜਕ ਤੇ ਵੀ ਰਹਿਣਾ ਪੈ ਗਿਆ, ਕੁੱਲੀ ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ, ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਈਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ, ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ ਇੱਕ ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ, ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ, ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ, ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ, ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ, ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ, ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ, ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ, ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ।
ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ, ਫਿਰ ਭਾਵੇਂ ਹਿੰਮਤ ਨਹੀਂ ਸੀ ਹੈਗੀ ਪਰ ਬਾਈ ਦਾ ਬਚਨ ਪਕਾਉਣ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ ਉੱਥੇ, ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫਲੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਕੇ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਦੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ।
ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਆ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NEA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ, ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ? ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ? ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ
ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿੱਥੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ, ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ, ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਬੜਲੇ, ਉਹਨਾਂ ਤੋਂ ਖਤਰਾ ਹੈ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ, ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ, ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ, ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ, ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ, ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ।
ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, ਆਈਜੀ ਦੀ ਨੌਕਰੀ ਛੱਡੀ ਆ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ, ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ ਐਨਐਸਏ ਲਾ ਕੇ ਠੋਕ ਦੋ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ ਐਨਐਸਏ ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਕੌਮ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਹੈ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ। ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਯਾਰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ। ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ। ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ, ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ।
ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ ਦੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ, ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ, ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ, ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ, ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ, ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ, ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ, ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ। ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ, ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਹੈ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਫਿਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, ਯੂਟਿਊਬ 'ਤੇ ਵਿਦਵਾਨ ਹੈ, ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ।
ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕ ਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਝ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ ਤੇ ਕੀ ਘਟਨਾ ਸੀ, ਉੱਥੇ ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਹੁੰਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗਿਆਂ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ। ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ। ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ। ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ, ਆਡੀਓ ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ। ਫਿਰ ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ? ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ
ਸਾਡੀ ਕੌਮ ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ ਉੱਥੇ, ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ ਦੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ। ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੇ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਤੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆਹ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ।
ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤੇ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵਾਲਾ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ, ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਫੜ ਲਏ ਉਹਨਾਂ ਤੋਂ ਖਤਰਾ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ,
ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ ਜਗਦੀਸ਼ ਸਿੰਘ ਥਲੀਵੀਰ ਹੈ, ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ, ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ। ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, 4 ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ, ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰ ਦਾਂਗੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ, ਪਰ ਜੇ ਕੋਈ ਹੋਰ ਕੌਮ, ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਆ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ।
ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਹੈ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੇਟੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਆ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਆ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਜ ਤਿਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਜਿਹਨਾਂ ਦਾ ਰਾਜ ਹੈ ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਆ ਕਿ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ। ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨਹੀਂ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕੌਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ
ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭੈਣ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਦਾ, ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨੇ ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ, ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ। ਹਾਂਜੀ, ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੀ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕੰਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ। ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਹਨਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਕੇ ਆਇਆ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ, ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ, 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ।
ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਉਣ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਆਪਾਂ? ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ, ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ, ਠੀਕ ਆ। ਪਰ ਇੱਕ ਮੈਂ ਵੀਡੀਓ ਵੇਖੀ, ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ 'ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫਲੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ
ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੇ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਦੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ। ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ। ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਆ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NEA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ।
ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤੇ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿੱਥੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ ਹੈ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ। 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ। ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ
ਘਟਨਾ ਹੁੰਦੀ ਆ ਪਟਿਆਲੇ ਥਾਂ ਤੇ ਗੱਡੀ ਚੜਾ ਦਿੱਤਾ ਜਾਂਦਾ ਹੈ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ, ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ, ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੀਆਂ ਧੀਆਂ ਬੇਟੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਜਦੋਂ ਜਿਸਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਹੈ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅਗੇ ਨਹੀਂ ਮਿਲਦੀ ਪਈ ਆ।
ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਯਾਰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ। ਉਦੋਂ ਜਿਹੜੀਆਂ ਗੱਲਾਂ ਦੱਸੀਆਂ, ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ। ਉਹ ਵੀਰ, ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ,
ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ, ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ। ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਦੇਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, ਯੂਟਿਊਬ 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਦਾ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕ ਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ, ਉਹਨਾਂ ਦੇ ਕਿਸੇ 'ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ, ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੀ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ,
ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਉਹ ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ। ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ, ਆਡੀਓ ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ ਪਰ ਬਾਈ ਦਾ ਬਚਨ ਪਕਾਉਣ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ ਦੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ। ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਬਲਕਿ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਤੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ
ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ, ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ?
ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਵੱਧ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਹੈ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਦਾ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, 4 ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ
ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ, ਇਲੈਕਸ਼ਨ ਕੋਈ ਨਹੀਂ 24 ਆ ਜਾਣਾ, ਵੇਖ ਲਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਏਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ, ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰ ਦਾਂਗੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਆ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਜਿਹਨਾਂ ਦਾ ਰਾਜ ਹੈ ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਆ ਕਿ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ
ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ ਜੋ ਗੱਲਾਂ ਦੱਸੀਆਂ। ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਮੇਰੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕੌਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭੈਣ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਦਾ, ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ। ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੀ ਲੱਤਾਂ ਖਿੱਚਦੇ ਨੇ, ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ। ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ।
ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ ਹੁਣ, ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ ਕੋਈ ਕਹਿੰਦਾ ਡਰ ਗਏ ਵਿਕ ਗਏ, ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ, ਹਰ ਇੱਕ ਬੰਦਾ ਆਪਣੀ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ, ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਦਾ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਝ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ ਤੇ ਕੀ ਘਟਨਾ ਸੀ, ਉੱਥੇ ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ ਹੈ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ, ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ, ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ, ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ, ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ, ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ।
ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ ਪਰ ਉਹ ਨਹੀਂ ਬੋਲ ਸਕਦਾ। ਹੋਰ ਕੋਈ ਗੱਲ ਕਰਦੇ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ ਕੀ ਆ। ਗੱਲ ਇਹ ਹੈ ਬਸ, ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਉੱਪਰ ਸਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫਲੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੇ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ, ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ
ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿੱਥੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਬੜਲੇ ਉਹਨਾਂ ਤੋਂ ਖਤਰਾ ਹੈ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ।
ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ, ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਚੰਗੇ ਜਿਨ੍ਹਾਂ ਦੇ ਮਿਲੀਅਨਸ, ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ, ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ, ਮਖੂ ਆ, ਉਹਦਾ ਚੈਨਲ ਬੰਦ ਕਰਤਾ, ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ, ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ, ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ। ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ, ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ, ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ, ਇਲੈਕਸ਼ਨ ਕੋਈ ਨਹੀਂ 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ, ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ, ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਕੌਮ, ਕੋਈ ਹੋਰ ਕੌਮ, ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ,
ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ। ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੇਟੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਜਦੋਂ ਜਿਸਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਹੈ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਯਾਰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ, ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ।
ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ ਦੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਹਾਂ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ ਮੇਰੇ ਨਾਲ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ। ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼। ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹਾਂ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, ਯੂਟਿਊਬ 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਹੁੰਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ
ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ, ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਗਿਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪ੍ਰਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ ਦੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ। ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ।
ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੇ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਬਲਕਿ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਤੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਦੇ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ
ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤੇ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵਾਲਾ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ, ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ। ਉਹਨਾਂ ਦੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ
ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ। ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿੱਦਾਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਆ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ MLA ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਆ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਜਿਹਨਾਂ ਦਾ ਰਾਜ ਹੈ ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ।
ਸਮਾਂ 24 ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਯਾਰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ, ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭੈਣ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ, ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਦਾ, ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ
ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ, ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ, ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕੰਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਹਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ, ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ, 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ, ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ, ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ।
ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ, ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਣ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ, ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ, ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤਾਂ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ 'ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ 'ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ
ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NEA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ, ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ? ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ? ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ।
ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਬੜਦੇ ਉਹਨਾਂ ਤੋਂ ਖਤਰਾ ਹੈ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਆ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ?
ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ 24 ਆ ਜਾਣਾ, ਵੇਖ ਲਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ ਐਨਐਸਏ ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ ਐਮਐਲਏ ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ ਐਮਐਲਏ ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, ਆਈਜੀ ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ ਐਨਐਸਏ ਲਾ ਕੇ ਠੋਕ ਦੋ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ ਐਨਐਸਏ ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਤੁਹਾਡੀਆਂ ਧੀਆਂ ਬੈਠੀਆਂ, ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਹੈ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਆ ਕਿ ਨਹੀਂ ਮਿਲਦੀ ਪਈ ਆ। ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ। ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ। ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ, ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ। ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ, ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ।
ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ, ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕੌਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ ਦੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਹਾਂ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ, ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ ਮੇਰਾ ਬਿਜ਼ਨਸ ਹੀ। ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ, ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ, ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਹੈ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ।
ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ, ਹੁਣ ਉਹਦੇ 'ਚ ਬਿਜ਼ੀ ਹੈ। ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ ਹੈ, ਕੋਈ ਕਹਿੰਦਾ ਡਰ ਗਏ ਵਿਕ ਗਏ, ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, ਯੂਟਿਊਬ 'ਤੇ ਵਿਦਵਾਨ ਹੈ, ਹਰ ਇੱਕ ਬੰਦਾ ਆਪਣੀ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਹੈ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ, ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕ ਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਝ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ ਤੇ ਕੀ ਘਟਨਾ ਸੀ, ਉੱਥੇ ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਹੁੰਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ, ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ, ਉਹ ਸ਼ਹੀਦ ਹੋ ਕੇ ਦੱਸ ਕੇ ਗਿਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ, ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੇ ਨਾਲ ਕੀ ਰਿਲੇਸ਼ਨ ਸੀ। ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੀ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ।
ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਬੋਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ ਐਸਜੀਪੀਸੀ ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ ਦੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ। ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਕੇ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਦੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ
ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅਮਰਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅਮਰਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀਓਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀਓਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿੱਥੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜਦੇ ਉਹਨਾਂ ਤੋਂ ਖਤਰਾ ਹੈ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ।
ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ, ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਚੰਗੇ ਜਿਨ੍ਹਾਂ ਦੇ ਮਿਲੀਅਨਸ, ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ, ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ, ਮਖੂ ਆ ਉਹਦਾ ਚੈਨਲ ਬੰਦ ਕਰਤਾ, ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ, ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ, ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ। ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ, ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ NSA ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ, ਇਹਨਾਂ ਗੱਡੀਆਂ ਲਾ ਕੇ ਵਿੱਚ NSA ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ NSA ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ, ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ, ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ,
ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ। ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ? 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਹੈ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ।
ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ ਦੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ। ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਹੈ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹਾਂ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, ਯੂਟਿਊਬ 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕ ਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਹੁੰਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ
ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ, ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ, ਅਸੀਂ ਵੀ ਮਰ ਜਾਾਂਗੇ ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਗਿਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੇ ਨਾਲ ਕੀ ਰਿਲੇਸ਼ਨ ਸੀ। ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ। ਅਤੇ ਖੇਡਾਂ ਵਾਪਰਦੀਆਂ ਨੇ, ਉਹ ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜ੍ਹਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ। ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ 'ਤੇ। ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ, ਆਡੀਓ ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਉਣ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਹਾਂ ਆਪਾਂ? ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ। ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ।
ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ 'ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਨੂੰ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਤੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆਹ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀਆਂ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ
ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤੇ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ ਟੀਵੀ ਤੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵਾਲਾ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ, ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀਆਂ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ
ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ। ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, ਐਨਐਸਏ ਦੀ ਗੱਲ ਕਰੀ ਆ, ਨੌਜਵਾਨਾਂ ਤੇ ਐਨਐਸਏ ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ ਐਨਐਸਏ ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ ਐਮਐਲਏ ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ ਐਮਐਲਏ ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, ਆਈਜੀ ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ ਐਨਐਸਏ ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ ਐਨਐਸਏ ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ, ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਆ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਆ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਜਿਹਨਾਂ ਦਾ ਰਾਜ ਹੈ ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ? ਭਾਜੀ ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ।
ਸਮਾਂ 24 ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ NSA ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ NSA ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਸੀ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ 1.5 ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ, NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ ਮੇਰਾ ਬਿਜ਼ਨਸ ਹੀ। ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ, ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ
ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ, ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੀ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦਾ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ। ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਜਿੰਦਰ ਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਕੇ ਆਇਆ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ, ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ, 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ, ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ, ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ।
ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ, ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਣ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ ਆਡੀਓ, ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਨ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ। ਹੋਰ ਕੋਈ ਗੱਲ ਕਰਦੇ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ SGPC ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ, ਕੀ ਆ। ਗੱਲ ਇਹ ਹੈ ਬਸ। ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ, ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ, ਲਿਖਾਓ, ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ, ਉੱਥੇ ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ 'ਤੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ, ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ, ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ, ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਕੇ ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਦੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ
ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦੋ, ਉਹ ਵੈਪਨ ਗੈਂਗ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ। NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ। ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ। ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ। ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਆ ਜੀ। ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ, ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NEA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ, ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ? ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ? ਜਾਂ ਤਾਂ ਉਹ ਜਾਣਦਾ ਬੈਠਾ, ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ।
ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦੇ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਜੀ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵੱਲ ਹੈ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿੱਥੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜਦੇ ਉਹਨਾਂ ਤੋਂ ਖਤਰਾ ਹੈ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉਹਦੇ ਵਿੱਚ ਇਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ?
ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ 24 ਆ ਜਾਣਾ, ਵੇਖ ਲਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਸ਼ਾਂਤੀ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ ਐਨਐਸਏ ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੀ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ ਐਮਐਲਏ ਆ ਵਿਜੇ ਕੁਮਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ ਐਮਐਲਏ ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, ਆਈਜੀ ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ ਐਨਐਸਏ ਲਾ ਕੇ ਠੋਕ ਦੋ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ ਐਨਐਸਏ ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰਨ ਵਾਲੇ ਮੂੰਹ ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਕੌਮ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ। ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ? ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ। ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੈਠੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਤ ਇਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਉਹਨਾਂ ਦਾ ਰਾਜ ਹੈ, ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ, ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਤੇ ਕੋਲ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਹੈ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਅੱਗੇ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ, ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ, ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਤੇ ਵੀ ਪਤਾ ਨਹੀਂ ਕਿੱਦਾਂ। ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ।
ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ, ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ ਤੇ ਦੂਸਰੇ ਪਾਸੇ ਮੋਰਚਿਆਂ ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ, ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨੇ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ? ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜ੍ਹਾ ਪੈਸਾ ਲੱਗਾ ਕਾਮ ਦਾ, ਥੋੜ੍ਹਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ 'ਤੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ, ਕੀ ਲਾਲਚ ਹੈ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ। ਮੇਰਾ ਬਿਜ਼ਨਸ ਹੀ ਬਹੁਤ ਚੰਗਾ ਬਿਜ਼ਨਸ ਸੀ। ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭਰਾ ਨੇ, ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ। ਕਿਰਾਇਆਂ 'ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ 'ਤੇ ਆ ਗਏ। ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ। ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਾਂ ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ, ਕਹਿੰਦੇ ਦਿੱਲੀ ਖੱਟਿਆ ਕੀ। ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ, ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ। ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ? ਹਾਂਜੀ, ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ। ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ, ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦੇ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆਇਆ ਜਾਂ ਦੁੱਖ ਸੁੱਖ ਸਾਂਝਾ ਕਰਨਾ। ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਫਿਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚੱਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕਨਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ।
ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ, ਹੁਣ ਉਹਦੇ 'ਚ ਬਿਜ਼ੀ ਹੈ। ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ ਹੈ, ਕੋਈ ਕਹਿੰਦਾ ਡਰ ਗਏ ਵਿਕ ਗਏ, ਉਹ ਹੁਣ ਹਰੇਕ ਬੰਦਾ ਫੇਸਬੁੱਕ ਤੇ ਵਿਦਵਾਨ ਹੈ, ਯੂਟਿਊਬ ਤੇ ਵਿਦਵਾਨ ਹੈ। ਹਰ ਇੱਕ ਬੰਦਾ ਆਪਣੀ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਹੈ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ, ਉਹ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਇਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਕਰਦੇ ਰਵਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ, ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ ਹੈ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ, ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ। ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ, ਉਹਨਾਂ ਦੇ ਕਿਸੇ 'ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ, ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ, ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ, ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ, ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ, ਬਸ। ਕਿਹੜੀ ਗੱਲ ਇਹ ਹੀ ਹੈ ਜਿਹੜੀ ਦੀਪ ਦੀ ਭਾਵੁਕ ਕਰ ਦਿੰਦੀ ਆ? ਆਈ ਵਾਰ ਸਵੇਰੇ ਉੱਠਦੇ ਨੂੰ ਜਾਂ ਸ਼ਾਮ ਨੂੰ ਪੈਂਦੇ ਨੂੰ ਪਰਵਾਨੇ ਨੂੰ ਯਾਦ ਆਉਂਦੀ ਆ। ਉਹ ਇੱਕੋ ਗੱਲ ਕਹਿੰਦਾ ਸੀ, ਬਾਈ ਅੱਜ ਲੜ ਲਓ ਭਾਵੇਂ ਕੱਲ੍ਹ ਲੜ ਲਓ, ਲੜਨਾ ਤੁਹਾਨੂੰ ਆਪਣੀ ਹੋਂਦ ਵਾਸਤੇ ਪੈਣਾ। ਅੱਜ ਉੱਠੋ ਭਾਵੇਂ ਸਾਲ ਨੂੰ ਉੱਠੋ, ਤੁਹਾਨੂੰ ਉੱਠਣਾ ਪੈਣਾ। ਔਰ ਉਹੀ ਗੱਲ ਸੱਚੀ ਹੈ। ਦਿੱਲੀ ਕਿਸਾਨੀ ਦੀ ਲੜਾਈ ਨਹੀਂ ਸੀ, ਦਿੱਲੀ ਹੋਂਦ ਦੀ ਲੜਾਈ ਸੀ। ਇਹ ਸਾਡੇ ਲੀਡਰਾਂ ਨੇ ਲੜੀ ਨਹੀਂ। ਐਡਾ ਇਕੱਠ ਸੀ, ਸਭ ਕੁਝ ਉੱਥੇ ਵਿੱਚੇ ਲੜਾਈ ਹੋਣ ਦੀ ਲੜ ਲੈਂਦੇ ਤਾਂ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਹਮੇਸ਼ਾ ਐਡੇ ਇਕੱਠ ਨਹੀਂ ਹੁੰਦੇ, ਹਮੇਸ਼ਾ ਐਡੀ ਸਪੋਰਟ ਨਹੀਂ ਮਿਲਦੀ, ਹਮੇਸ਼ਾ ਐਡਾ ਸਮਰਥਨ ਨਹੀਂ ਮਿਲਦਾ। ਬੜਾ ਔਖਾ ਹੁੰਦਾ ਐਸਾ ਸੰਘਰਸ਼ ਵਿੱਢਣਾ। ਇਹ ਸਦੀਆਂ ਦੇ ਇਤਿਹਾਸ, ਦਿੱਲੀ ਸੰਘਰਸ਼ ਇੱਕ ਇਤਿਹਾਸ ਹੈ ਹੁਣ ਆਪਣੇ ਆਪ 'ਚ। ਸੋ ਐਸੇ ਸੰਘਰਸ਼ ਵਿੱਢਣੇ ਕੋਈ ਮਜ਼ਾਕ ਨਹੀਂ ਹੈ। ਇਹਦਾ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ, ਤੇ ਖੇਡਾਂ ਵਾਪਰਦੀਆਂ ਨੇ, ਕਦੇ ਕਦੇ ਇਤਿਹਾਸਾਂ 'ਚ ਵਾਪਰਦੀਆਂ ਨੇ। ਸੋ ਦੁਬਾਰਾ ਐਡਾ ਪਲੇਟਫਾਰਮ ਖੜਾ ਕਰਨਾ ਮੈਨੂੰ ਨਹੀਂ ਲੱਗਦਾ ਕੋਈ ਸੌਖਾ ਹੈ। ਉਦੋਂ ਹੋਣ ਦੀ ਗੱਲ ਉਹ ਕਰਦਾ ਸੀ, ਕਰ ਲੈਂਦੇ ਚੰਗਾ ਸੀ, ਸ਼ਾਇਦ ਅੱਜ ਰਿਜ਼ਲਟ ਕੁਝ ਹੋਰ ਹੁੰਦਾ। ਕਾਫੀ ਸਮਾਂ ਹੋ ਗਿਆ ਦੀਪ ਨੂੰ ਗਏ ਨੂੰ। ਲੱਗਦਾ ਹੀ ਨਹੀਂ ਭਾਜੀ। ਇੱਕ ਦਿਨ ਪਹਿਲਾਂ ਗੱਲ ਹੋਈ ਸੀ ਉਹਦੇ ਨਾਲ ਫੋਨ ਤੇ, ਮੈਂ ਉਹ ਆਡੀਓ, ਚਲੋ ਆਟੋਮੈਟਿਕ ਫੋਨ ਸੇਵ ਹੁੰਦੇ ਨੇ, ਆਡੀਓ ਮੈਂ ਸੁਣ ਲੈਂਦਾ। ਹਾਂ ਬਾਈ ਮੈਂ ਆ ਰਿਹਾ ਬਸ। ਬਾਈ ਆਪਾਂ ਇਕੱਠੇ ਜਾਣਾ, ਆਪਾਂ ਮਾਨ ਸਾਹਿਬ ਦੇ ਇਲੈਕਸ਼ਨ 'ਚ ਸਪੋਰਟ ਕਰਨੀ ਹੈ, ਇਕੱਠੇ ਜਾਣਾ ਬਾਈ ਆਪਾਂ। ਅਸੀਂ ਗਏ ਫਿਰ ਉਹਦੇ ਸੰਸਕਾਰ ਤੋਂ ਬਾਅਦ ਅਸੀਂ ਗਏ ਫਿਰ, ਭਾਵੇਂ ਹਿੰਮਤ ਨਹੀਂ ਸੀ ਹੈਗੀ, ਪਰ ਬਾਈ ਦਾ ਬਚਨ ਪਕਾਉਣ ਅਸੀਂ ਅਮਰਗੜ੍ਹ ਰਹੇ, ਫਿਰ ਪ੍ਰਚਾਰ ਕੀਤਾ। ਉਹ ਨਹੀਂ ਭੁੱਲ ਸਕਦਾ, ਕਿਸੇ ਨੂੰ ਜੋ ਮਰਜ਼ੀ ਲੱਗੀ ਜਾਏ, ਪਰ ਉਹ ਨਹੀਂ ਭੁੱਲ ਸਕਦਾ।
ਹੋਰ ਕੋਈ ਗੱਲ ਕਰਦੇ ਹਾਂ ਆਪਾਂ। ਜੇ ਗੱਲ ਕਰਦੇ ਹੋ ਤੁਸੀਂ ਹੋਂਦ ਦੀ, ਜੇਕਰ ਹੋਂਦ ਨੂੰ ਬਚਾਉਣਾ ਤਾਂ ਕਿਹੜੀ ਪਾਰਟੀ ਨੂੰ ਚੁਣਨਾ ਪਊਗਾ? ਪਾਰਟੀਆਂ ਪੂਲਟੀਆਂ ਨਹੀਂ ਭਾਜੀ, ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਦਾ ਬੇਸ ਮਜ਼ਬੂਤ ਕਰ ਦਿਓ। ਹੋਂਦ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਵੈਲ ਐਜੂਕੇਸ਼ਨ ਵਾਲੇ ਪਾਸੇ ਲੈ ਕੇ ਤੁਰ ਪਓ। ਹੋਂਦ ਨੂੰ ਬਚਾਉਣਾ ਤੇ ਐਸਜੀਪੀਸੀ ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਤਰੀਕੇ ਨਾਲ ਕਰ ਦੇਵੇ, ਆਪਣੇ ਪ੍ਰਬੰਧ ਆਪਾਂ ਗੁਰਦੁਆਰਿਆਂ ਦੇ ਤਰੀਕੇ ਨਾਲ ਸਾਂਭ ਲਈਏ, ਤੇ ਮੈਨੂੰ ਲੱਗਦਾ ਆਪਾਂ ਹੋਂਦ ਦੀ ਲੜਾਈ ਆਉਣ ਵਾਲੇ 10 ਸਾਲਾਂ ਵਿੱਚ ਦੱਸ ਦੇਵਾਂਗੇ ਅਸੀਂ ਕੌਣ ਆ ਕੀ ਆ। ਗੱਲ ਇਹ ਹੈ ਬਸ, ਅਸੀਂ ਤਾਂ ਬਾਹਰ ਭੇਜੀ ਜਾ ਰਹੇ ਹਾਂ। ਜਿਨ੍ਹਾਂ ਨੇ ਲੜਨਾ ਹੈ ਸਾਡੀ ਕੌਮ ਜਿਹਨਾਂ ਦੀ ਹੋਂਦ ਵਾਸਤੇ ਲੜਦੇ ਪਏ ਆ, ਉਹ ਤਾਂ ਬਾਹਰ ਕੈਨੇਡਾ ਅਮਰੀਕਾ ਜਾਈ ਜਾਂਦੇ ਨੇ ਸਾਰੇ। ਉਹ ਇੱਥੇ ਰੱਖੋ ਉਹਨਾਂ ਨੂੰ ਪੜ੍ਹਾਓ ਲਿਖਾਓ ਅਫਸਰ ਬਣਾਓ, ਤਾਂ ਜੋ ਜੁਰਤ ਕਰਨ ਆਉਣ ਵਾਲੇ ਸਮੇਂ 'ਚੋਂ ਬਰਾਬਰ ਖੜ੍ਹ ਕੇ ਉਹ ਜੁਰਤ ਕਰਨ। ਪਾਰਟੀਆਂ ਪੂਰਟੀਆਂ ਸਭ ਬਣ ਜਾਂਦੇ, ਗੱਲ ਕੋਈ ਨਹੀਂ ਕਰਦਾ ਭਾਜੀ। ਕਿਵੇਂ ਦੇਖਦੇ ਹੋ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਕਿਵੇਂ ਦੇਖਦੇ ਹੋ? ਕਿਉਂਕਿ ਉਹ ਤਾਂ ਪੜ੍ਹੇ ਲਿਖੇ ਨੇ, PhD। ਉਹ ਭਾਜੀ ਉਹ ਜਥੇਦਾਰ ਸਾਹਿਬ ਠੀਕ ਹੈ, PhD ਕੀਤੀ ਹੈ, ਬਰਗਾੜੀ ਕਦੇ ਨਹੀਂ ਗਏ ਉੱਥੇ, ਕਦੇ ਨਹੀਂ ਗਏ। ਅੱਜ ਜਿਨ੍ਹਾਂ ਨੇ ਆਹ ਕੁਝ ਕੀਤਾ ਉਹਨਾਂ ਦੀ ਮੰਗਣੀਆਂ ਦੇ ਤੁਰੇ ਫਿਰਦੇ ਨੇ। ਚਲੋ ਜਾਣਾ ਪੈਂਦਾ ਠੀਕ ਆ, ਪਰ ਇੱਕ ਮੈਂ ਵੀਡੀਓ ਵੇਖੀ ਉੱਥੇ ਪੱਤਰਕਾਰ ਕਿਵੇਂ ਮਜ਼ਾਕ ਉਡਾਉਂਦੇ ਪਏ ਉਹਦਾ ਜਥੇਦਾਰ ਸਾਹਿਬ ਦਾ। ਸ਼ਰਮ ਰੋਣਾ ਹੁੰਦਾ ਸੀ ਆਪਣੇ ਆਪ ਨੂੰ ਵੇਖ ਕੇ ਵੀ ਸਾਡਾ ਜਥੇਦਾਰ ਹੋਵੇ, ਤੇ ਜਥੇਦਾਰ ਕਹਿੰਦੇ ਜੀ ਫੋਟੋ ਫੋਟੋ ਫੋਟੋ, ਉਹ ਲੰਘ ਜਾਂਦੇ ਨੇ ਪਿੱਛੋਂ ਹੱਸਦੇ ਨੇ, ਖਿੱਲੀ ਉਡਾਉਂਦੇ ਨੇ ਜਥੇਦਾਰ ਸਾਹਿਬ ਦੀ, ਮਜ਼ਾਕ ਉਡਾਉਂਦੇ ਸਾਡੇ ਕੌਮ ਦੇ। ਚਲੋ ਸਾਨੂੰ ਸ਼ਰਮ ਤੇ ਆਉਂਦੀ ਭਾਜੀ। ਚਲੋ ਜੇ ਉਹਨਾਂ ਨੂੰ ਨਹੀਂ ਆਇਆ ਫਿਰ ਆਪਾਂ ਹੀ ਕੀ ਕਰਨੀ ਹੈ। ਕੀ ਚਾਹੀਦਾ ਕਿ ਜਿਹੜੀ ਕੌਮ ਆ ਉਹ ਇੱਕ ਲੀਹ ਤੇ ਤੁਰੇ, ਇੱਕ ਪਾਸੇ ਨੂੰ ਤੁਰੇ, ਕੀ ਹੋਣਾ ਚਾਹੀਦਾ? ਭਾਜੀ ਆਪਾਂ ਕੁਝ ਨਹੀਂ ਕਹਿੰਦੇ, ਇੱਥੇ ਸਾਰੇ ਆਪਣੀ ਆਪਣੀ ਡੱਫੀ ਵਜਾਉਂਦੇ ਪਏ ਨੇ, ਮੈਂ ਆਪਣੀ ਵਜਾਈ ਜਾਂਦਾ, ਕੁਝ ਨਹੀਂ ਕਹਿ ਸਕਦੇ ਇਹਦੇ 'ਚ। ਬਿਲਕੁਲ ਆਪਣੀ ਕੋਈ ਸਲਾਹ ਨਹੀਂ ਭਾਜੀ। ਤਾਂ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਬਰਜਿੰਦਰ ਸਿੰਘ ਪਰਵਾਨਾ ਹੋਰਾਂ ਦੇ ਨਾਲ। ਅੱਜ ਕਾਫੀ ਲੰਮੇ ਸਮੇਂ ਬਾਅਦ ਰਾਜਪੁਰਾ ਪਹੁੰਚੇ ਸੀ, ਕਿਉਂਕਿ ਕੁਝ ਦਿਨ ਪਹਿਲਾਂ ਇੱਕ ਬੇਅਦਬੀ ਹੁੰਦੀ ਆ। ਬੇਅਦਬੀ ਤੋਂ ਬਾਅਦ ਲਗਾਤਾਰ ਚਰਚਾ ਦੇ ਵਿੱਚ ਰਾਜਪੁਰਾ ਸ਼ਹਿਰ ਆ ਜਿਹੜਾ ਕਿ ਉਹ ਆਉਂਦਾ ਗਾ। ਇਸ ਤੋਂ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ, ਇੱਕ ਲੇਡੀਜ਼ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਤਾਂ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਅਜਿਹੀ ਜਿਹੜੀ ਕਿ ਖਬਰ ਆ ਉਹ ਸਾਹਮਣੇ ਆਉਂਦੀ ਆ। ਪਰ ਅੱਜ ਅਸੀਂ ਬਰਜਿੰਦਰ ਸਿੰਘ ਪਰਵਾਨਾ ਜੀ ਹੋਰਾਂ ਦੇ ਨਾਲ ਜਿਹੜੀ ਕਿ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਵਿੱਚ ਕਾਫੀ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਹੋਈਆਂ ਨੇ। ਬੇਸ਼ੱਕ ਉਹ ਦੀਪ ਸਿੱਧੂ ਨੂੰ ਲੈ ਕੇ ਗੱਲ ਹੋਈ ਹੋਵੇ, ਸਿੱਧੂ ਮੂਸੇਵਾਲੇ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਫਿਰ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਗੱਲ ਹੋਈ ਵੀ ਹੋਵੇ, ਤਾਂ ਇਹ ਜਿਹੜੀਆਂ ਮੁਲਾਕਾਤਾਂ ਨੇ ਇਹ ਚੱਲਦੀਆਂ ਰਹਿਣੀਆਂ ਨੇ। ਇੰਡੋਜ਼ TV ਆਸਟ੍ਰੇਲੀਆ ਤੋਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਤੁਸੀਂ ਜੁੜੇ ਰਹਿਣਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣ ਗਿਆ? ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਮੰਡੀ ਚਲਾ ਗਿਆ, ਮੈਨੂੰ 20 ਰੁਪਏ ਮਿਲ ਗਏ, ਮੈਂ 30 ਰੁਪਏ ਵੇਚਤੀ। ਇਸ ਕਰਕੇ ਮੇਰੇ ਨਾਲ ਹੱਥੋਂ ਪਾਈ ਕਰੇ ਨਾ, ਮੇਰੇ ਪੈਸੇ ਜੇਬ ਵੀ ਫਾੜ ਕੇ ਤੇ ਮੇਰੇ ਪੱਗ ਵੀ ਲਾਹੀ। ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਤੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖਤਮ ਕਰਤੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ, ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਹੈ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ। ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ। ਜਿਵੇਂ ਸਿੱਧੂ ਮੂਸੇਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ। ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਪ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, NSA ਦੀ ਗੱਲ ਕਰੀ ਆ, ਨੌਜਵਾਨਾਂ ਤੇ NSA ਲਾਤਾ ਪੰਜਾਬ ਦੇ, ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਪੰਜਾਬ ਦੇ ਮਸਲੇ ਸੀ। ਇਹਨਾਂ ਦਾ ਹੀ ਇੱਕ MLA ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ MLA ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ।
ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, IG ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ, ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ ਤੇ ਹੋ ਰਹੀ ਹੈ ਜੀ, ਉਹਨਾਂ ਨੂੰ ਗੱਡੀਆਂ ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ। NIA ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਉਹ ਭਰਾ ਸਾਡਾ ਉਹ ਮਰ ਕੇ ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ, ਆਪਾਂ ਕੰਮ ਹੀ ਨਹੀਂ ਕਰਦੇ ਕੋਈ ਇੱਦਾਂ ਦਾ। ਪਰ ਉਹਦੇ ਨਾਲ ਕੀ ਰਿਲੇਸ਼ਨ ਸੀ, ਜਾਂ ਤਾਂ ਉਹ ਜਾਣਦਾ ਬੈਠਾ ਜਾਂ ਮੈਂ ਜਾਣਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇੱਕ ਵਾਰ ਫੇਰ ਅਸੀਂ ਅੱਜ ਅਹਿਮ ਤੇ ਖਾਸ ਮੁਲਾਕਾਤ ਦੇ ਤਹਿਤ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਕੋਲ ਪਹੁੰਚੇ ਹਾਂ। ਰਾਜਪੁਰਾ ਵਿਖੇ ਮੌਜੂਦ ਹਾਂ। ਤਾਂ ਕਾਫੀ ਲੰਮੇ ਆਸਰੇ ਤੋਂ ਬਾਅਦ ਭਾਈ ਸਾਹਿਬ ਰੂਬਰੂ ਹੋ ਰਹੇ ਨੇ ਕੈਮਰੇ ਦੇ ਜ਼ਰੀਏ। ਇੰਡੋਜ਼ TV ਦੇ ਉੱਪਰ ਅਸੀਂ ਇੱਕ ਖਾਸ ਜਿਹੜੀ ਕਿ ਚਰਚਾ ਕਰਾਂਗੇ, ਆਖਰ ਇੰਨਾ ਸਮਾਂ ਕਿੱਥੇ ਅਲੋਪ ਰਹੇ, ਕਿੱਥੇ ਰਹੇ, ਆਖਰ ਚੈਨਲਾਂ ਤੋਂ ਕਿਉਂ ਜਿਹੜਾ ਕਿ ਪਾਸੇ ਹੁੰਦੇ ਨਜ਼ਰ ਆਏ। ਤਾਂ ਤਮਾਮ ਜਿਹੜੀਆਂ ਕਿ ਢੇਰ ਸਾਰੀਆਂ ਗੱਲਾਂ ਨੇ ਉਹ ਕਰਨ ਵਾਲੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ TV ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਪਿਆਰ। ਆਪਾਂ ਸਵਾਲ ਹੀ ਇੱਥੋਂ ਸ਼ੁਰੂ ਕਰ ਲਈਏ ਕਿ ਪੰਜਾਬ ਦੇ ਹਾਲਾਤ ਤੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਬੇਅਦਬੀਆਂ ਦਾ ਕਾਰਨ ਕੀ ਬਣਦਾ? ਦੇਖੋ, ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਇਸ ਸਮੇਂ ਦੀ ਮੌਜੂਦਾ ਸਰਕਾਰ ਨੇ ਬਦ ਤੋਂ ਬੱਤਰ ਬਣਾਏ ਹੋਏ ਨੇ। ਆਪਣੇ ਵੱਲੋਂ ਤਾਂ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਅਸੀਂ ਬੜੇ ਦੇਸ਼ ਭਗਤੀ ਦਾ ਕੰਮ ਕਰ ਰਹੇ ਹਾਂ ਜਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ। ਨਹੀਂ, ਪੰਜਾਬ ਨੂੰ ਖਤਰਾ ਇਹ ਚੋਲੇ ਵਾਲਿਆਂ ਤੋਂ ਜਾਂ ਟਕਸਾਲ ਤੋਂ ਜਾਂ ਬਾਣੀ ਬਾਣੇ ਵਾਲੇ ਸਿੰਘਾਂ ਤੋਂ ਨਹੀਂ ਹੈ। ਪੰਜਾਬ ਨੂੰ ਜਿਨ੍ਹਾਂ ਚੀਜ਼ਾਂ ਤੋਂ ਖਤਰਾ ਹੈ ਉਸ ਪਾਸੇ ਧਿਆਨ ਦਿਓ। ਪੰਜਾਬ ਨੂੰ ਖਤਰਾ ਜਿਹੜਾ ਨੌਜਵਾਨ ਨੌਕਰੀ ਨਹੀਂ ਮਿਲਦੀ ਬਾਹਰ ਜਾ ਰਿਹਾ ਹੈ। ਪੰਜਾਬ ਨੂੰ ਖਤਰਾ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਵਾਸੀ ਜਿਹੜੇ ਨੇ ਉਹ ਲੱਖਾਂ ਦੇ ਹਿਸਾਬ ਨਾਲ ਸ਼ਹਿਰਾਂ ਤੇ ਕਾਬਜ਼ ਹੋ ਚੁੱਕੇ ਨੇ। ਪੰਜਾਬ ਨੂੰ ਖਤਰਾ ਜਿਹੜਾ ਚਿੱਟਾ ਹੁਣ ਪਾਕਿਸਤਾਨ ਬਾਰਡਰਾਂ ਤੋਂ ਨਹੀਂ ਆਉਂਦਾ, ਇੱਥੇ ਹੀ ਬਣਦਾ ਕੈਮੀਕਲ ਦੇ ਰੂਪ 'ਚ। ਦਿੱਲੀੋਂ ਹੀ ਬੜਾ ਚੱਲਦਾ ਹੈ। ਸੋ ਹੁਣ ਇੱਧਰ ਇਹਨਾਂ ਧਿਆਨ ਬਾਰਡਰਾਂ ਵਾਲਾ, ਪਰ ਚਿੱਟਾ ਦਿੱਲੀੋਂ ਬਣ ਕੇ ਹੁਣ ਕੈਮੀਕਲ ਆਉਂਦੇ ਨੇ। ਸੋ ਜਿਸ ਤੋਂ ਪੰਜਾਬ ਨੂੰ ਖਤਰਾ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ, ਉਸ ਪਾਸੇ ਧਿਆਨ ਦਿੱਤਾ ਜਾਵੇ। ਸੋ ਇਹ ਗੱਲਾਂ ਨੂੰ ਇਹ ਛੱਡ ਕੇ ਵੀ ਇਹ ਧਾਰਮਿਕ ਮੁੱਦੇ ਬਣਾ ਕੇ ਵੀ ਪੰਜਾਬ ਨੂੰ ਮੁੱਦਾ ਖਾਲਿਸਤਾਨੀਆਂ ਤੋਂ ਖਤਰਾ ਹੈ, ਜਾਂ ਪੰਜਾਬ ਨੂੰ ਜਿਹੜਾ ਖਤਰਾ ਹੈ ਉਹ ਜਿਨ੍ਹਾਂ ਨੇ 315 ਫੜ ਲਈਆਂ ਜਾਂ ਜਿਨ੍ਹਾਂ ਨੇ ਲਾਇਸੈਂਸੀ 32 ਬੋਰ ਦੇ ਵੜ ਲਏ ਉਹਨਾਂ ਤੋਂ ਖਤਰਾ। ਉਹਨਾਂ ਤੇ NSA ਲਗਾ ਕੇ ਉਹਨਾਂ ਨੂੰ ਇਹ ਅਸਾਮ ਜਾਂ ਹੋਰ ਜੇਲ੍ਹਾਂ 'ਚ ਭੇਜੀ ਜਾਂਦੇ ਨੇ, ਪਰ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਹੀਂ ਕਰ ਰਹੇ। ਸੋ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਤੁਸੀਂ ਵੇਖੀ ਹੋਏ ਨੇ ਵੀ ਪਿਛਲੇ ਲਗਭਗ ਮਾਰਚ ਤੋਂ ਖੇਡ ਸ਼ੁਰੂ ਹੁੰਦੀ ਹੈ
ਤੇ ਉਹਦੇ ਵਿੱਚ ਕੱਲਾ ਤੁਸੀਂ ਇਹ ਲਾ ਲਓ ਨਾ ਵੀ ਜਿਹਦੇ ਤੋਂ ਫਿਰ ਸਰਕਾਰ ਨੂੰ ਖਤਰਾ। ਚੰਗੇ ਚੰਗੇ ਚੈਨਲ ਜਿਹੜੇ ਨੇ ਸਰਕਾਰਾਂ ਨੇ ਬੰਦ ਕਰਤੇ, ਚੰਗੇ ਚੰਗੇ ਜਿਨ੍ਹਾਂ ਦੇ ਮਿਲੀਅਨਸ। ਔਰ ਇੱਕ ਚੈਨਲ ਖੜਾ ਕਰਨ ਵਾਸਤੇ ਪੈਸਾ ਨਹੀਂ ਮਾਇਨੇ ਰੱਖਦਾ, ਇੱਕ ਚੈਨਲ ਖੜਾ ਕਰਨ ਵਾਸਤੇ ਜਾਨ ਲੱਗਦੀ ਆ। ਇੱਕ ਚੈਨਲ ਖੜਾ ਕਰਨ ਵਾਸਤੇ ਬੰਦੇ ਨੂੰ ਆਪਣਾ ਖੂਨ ਪਸੀਨਾ ਦਿਨ ਰਾਤ ਕਰਕੇ ਡੋਲਣਾ ਪੈਂਦਾ, ਫਿਰ ਚੈਨਲ ਖੜੇ ਹੁੰਦੇ ਨੇ। ਜਗਦੀਪ ਥਲੀ ਆ, ਉਹਦਾ ਚੈਨਲ ਬੰਦ ਕਰਤਾ। ਮਖੂ ਆ, ਉਹਦਾ ਚੈਨਲ ਬੰਦ ਕਰਤਾ। ਆ ਇੱਕ ਕੀ ਨਾਂ ਨਹੀਂ ਪਤਾ ਮੈਨੂੰ ਉਹਦਾ, ਪਟਿਆਲੇ ਕੋਈ ਬਾਣੀ ਕਰਕੇ ਕੋਈ ਚੈਨਲ ਹੈ, ਤੇ ਉਹਦਾ ਚੈਨਲ ਜਿਹੜਾ ਸੀਗਾ ਮਿਲਨ, ਉਹਦਾ ਜਿਹੜਾ ਸੀਗਾ ਬੰਦ ਕਰਤਾ। ਹੋਰ ਕਈ ਚੈਨਲ ਜਿਹੜੇ ਨੇ, ਜਗਦੀਸ਼ ਸਿੰਘ ਥਲੀ ਵੀਰ ਹੈ, ਆ ਸਿਮਰਜੋਤ ਮੱਕੜ, ਇਹਦਾ ਸ਼ਾਇਦ ਵਾਪਸ ਆ ਗਿਆ ਚੈਨਲ। ਹੋਰ ਕਈ ਚੈਨਲ ਜਿਹੜੇ ਨੇ ਉਹ ਚੱਕ ਕੇ ਖ਼ਤਮ ਕਰਤੇ। ਸੋ ਜਿਹੜੇ ਚੈਨਲ ਦਾ ਗੱਲ ਕਰਨੀ ਆ, ਚੈਨਲ ਨੇ ਤਾਂ ਸਾਡੀ ਗੱਲ ਵੀ ਕਰਨੀ ਹੈ, ਸਰਕਾਰ ਦੀ ਗੱਲ ਵੀ ਕਰਨੀ, ਉਹਨੂੰ ਤਾਂ ਖਬਰ ਦਿਖਾਉਣੀ ਆ ਚੈਨਲ ਨੇ ਤਾਂ। ਸੋ ਜਿੱਥੋਂ ਸਰਕਾਰ ਨੂੰ ਲੱਗਦਾ ਵੀ ਸਾਡੇ ਖਿਲਾਫ ਖਬਰ ਜਾ ਰਹੀ ਹੈ, ਚੈਨਲ ਖ਼ਤਮ ਕਰਤੇ। ਸੋ ਇੱਦਾਂ ਨਹੀਂ ਹੁੰਦਾ ਵੀ ਤੁਸੀਂ ਤਾਂ ਲੋਕਤੰਤਰ ਦੀ ਗੱਲ ਨਹੀਂ ਕਰ ਰਹੇ, ਤੁਸੀਂ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਸੋ ਇੱਦਾਂ ਦੇ ਜਿਹੜੇ ਪੰਜਾਬ ਦੇ ਹਾਲਾਤ ਨੇ ਭਾਈ ਸਾਹਿਬ ਜੀ ਇਸ ਸਮੇਂ ਉਹ ਬਣੇ ਹੋਏ ਨੇ, ਤੁਹਾਡੇ ਸਾਹਮਣੇ ਨੇ। ਬਾਕੀ ਬੇਅਦਬੀਆਂ ਦਾ ਦੌਰ ਵੇਖ ਲਓ, 7 ਸਾਲ ਹੋ ਗਏ, ਤੀਜੀ ਸਰਕਾਰ ਬਣ ਗਈ ਆ ਜੀ। ਪਹਿਲਾਂ ਕਾਂਗਰਸੀਆਂ ਦੀ ਜਿਹੜੀ ਸੀਗੀ ਬਣੀ ਆ, ਫਿਰ ਚੰਨੀ ਮੁੱਖ ਮੰਤਰੀ ਬਣਿਆ, ਤੀਜਾ ਮੁੱਖ ਮੰਤਰੀ ਆ ਗਿਆ, ਕੈਪਟਨ ਆਇਆ, ਚੰਨੀ ਆਇਆ, ਭਗਵੰਤ ਮਾਨ ਆਇਆ, ਬਾਦਲ ਕੇ ਸੀਗੇ। ਤੀਜੇ ਚੌਥੇ ਇਲੈਕਸ਼ਨ ਹੋ ਗਏ ਨੇ, ਔਰ ਬੇਅਦਬੀ ਦਾ ਮੁੱਦਾ ਮੁੱਖ ਹੁੰਦਾ ਵੀ ਅਸੀਂ ਜੇ ਜਿੱਤ ਕੇ ਆਵਾਂਗੇ ਤਾਂ ਬੇਅਦਬੀ ਕਰਨ ਨੂੰ ਸਜ਼ਾ ਦਿਵਾਵਾਂਗੇ। 7 ਸਾਲ ਹੋ ਗਏ, ਦੱਸੋ ਕਿਹੜੇ ਬੇਅਦਬੀ ਨੂੰ ਕੀ ਸਜ਼ਾ ਮਿਲੀ ਆ? 7 ਸਾਲ ਹੋ ਗਏ, ਅਜੇ ਤਾਂ ਹੁਣ ਫਾਈਲਾਂ ਜਿਹੜੀਆਂ ਨੇ ਰਜਿਸਟਰਡ ਹੁੰਦੀਆਂ ਪਈਆਂ ਨੇ, ਫਾਈਲਾਂ ਜਿਹੜੀਆਂ ਨੇ ਹੁਣ ਜਮ੍ਹਾਂ ਹੋ ਰਹੀਆਂ ਨੇ, ਚਾਰ ਚਿੱਟਾਂ ਜਿਹਨੂੰ ਕਹਿ ਦਿੰਦੇ ਆਪਾਂ ਵੀ ਆ ਕੋਰਟ ਵਿੱਚ ਪਹੁੰਚਿਆ। 7 ਸਾਲਾਂ ਵਿੱਚ ਜਿਹੜੀ ਕਾਗਜ਼ੀ ਕਾਰਵਾਈ ਨਹੀਂ ਕੰਪਲੀਟ ਹੋ ਚੁੱਕੀ, ਉਹ ਦੋਸ਼ੀਆਂ ਨੂੰ ਸਜ਼ਾ ਕੀ ਦਿਵਾਉਣਗੇ? ਸੋ ਇਸ ਕਰਕੇ ਜਿਹੜਾ ਬੇਅਦਬੀਆਂ ਦਾ ਹੁਣ ਦੌਰ ਚੱਲਿਆ, ਤੇ ਨਾਲ ਤੁਸੀਂ ਵੇਖ ਰਹੇ ਹੋ ਵੀ ਆ ਘਟਨਾ ਹੁੰਦੀ ਆ ਮਰਿੰਡੇ, ਬੰਦੇ ਨੂੰ ਜਿਹੜਾ ਥੋੜ੍ਹੇ ਦਿਨਾਂ ਬਾਅਦ ਉਹ ਗੱਡੀ ਚੜ੍ਹ ਜਾਂਦਾ। ਘਟਨਾ ਹੁੰਦੀ ਆ ਪਟਿਆਲੇ, ਥਾਂ 'ਤੇ ਗੱਡੀ ਚੜ੍ਹਾ ਦਿੱਤਾ ਜਾਂਦਾ। ਸੋ ਕੌਮ ਜਿਹੜੀ ਆ ਆਪਣਾ ਇਨਸਾਫ ਆਪ ਲੱਭ ਰਹੀ ਆ, ਤੇ ਜੇ ਕੌਮ ਇਨਸਾਫ ਲੱਭੇਗੀ ਤੇ ਕੌਮ ਦੇ ਕੋਲ ਤਾਂ ਇਹੀ ਕੁਝ ਆ। ਤੇ ਬਾਕੀ ਮੈਂ ਸਰਕਾਰ ਨੂੰ ਗੱਲ ਕਹਾਂਗਾ, ਜਿਹੜੇ ਡਾਕੇ ਵੱਜਦੇ ਨੇ, ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਨੇ, ਉਹ ਰਿਵਾਲਵਰ ਲਾਇਸੈਂਸਾਂ ਨਾਲ ਨਹੀਂ ਹੁੰਦੀਆਂ, ਉਹ ਗੈਰ ਇਲੀਗਲ ਵੈਪਨਸ ਨਾਲ ਹੁੰਦੀਆਂ ਨੇ। ਤੇ ਜਿਵੇਂ ਸਿੱਧੂ ਮੂਸੇ ਵਾਲਾ ਭਰਾ ਸਾਡਾ ਮਾਰਿਆ ਗਿਆ, ਉਹ ਵੈਪਨ ਤਾਂ ਆਰਮੀ ਕੋਲ ਨਹੀਂ ਹੈਗੇ, ਉਹ ਵੈਪਨ ਤਾਂ ਪੁਲਿਸ ਕੋਲ ਨਹੀਂ ਹੈਗੇ, ਉਹ ਵੈਪਨ ਭਾਜੀ ਬੋਲ ਲੈਣ ਦਿਓ, ਉਹ ਵੈਪਨ ਗੈਂਗਸਟਰਾਂ ਕੋਲ ਨੇ। ਉਹ ਵੈਪਨ ਜਿਹੜੇ ਬੁਲਟ ਪ੍ਰੂਫ ਗੱਡੀਆਂ ਪਾੜ ਕੇ ਲੰਘ ਜਾਂਦੇ ਨੇ, ਜਿਹੜੇ ਰਸ਼ੀਅਨ ਵੈਪਨ ਨੇ। ਸੋ ਜਿਹੜਾ ਉਹਨਾਂ ਵੈਪਨਾਂ ਤੋਂ ਉਹ ਵੈਪਨ ਸੰਭੋ। ਇਹ ਲਾਇਸੈਂਸੀ ਜਿਹੜੇ ਕਿਸੇ ਬੰਦੇ ਨੇ ਆਪਣੀ ਸਵੈ ਰੱਖਿਆ ਵਾਸਤੇ ਰੱਖੇ ਨੇ, ਇਹਨਾਂ ਲਾਇਸੈਂਸਾਂ ਨਾਲ ਨਹੀਂ ਕਿਸੇ ਨੂੰ ਖਤਰਾ ਹੈ। ਤੁਸੀਂ ਫੜ ਕੇ ਤੇ ਲਾਇਸੈਂਸ ਜਿਹੜੇ ਕੈਂਸਲ ਕਰੀ ਜਾਂਦੇ ਹੋ, ਜਿਨ੍ਹਾਂ ਦੇ ਕੈਂਸਲ ਕਰਨੇ ਨੇ ਉਹਨਾਂ ਦੇ ਇੰਟਰਵਿਊ ਜੇਲ੍ਹਾਂ 'ਚ ਆਉਂਦੀਆਂ ਪਈਆਂ ਨੇ। ਤੁਸੀਂ ਗੱਲ ਕਰੀ ਆ ਕਿ ਲਾਇਸੈਂਸੀ ਹਥਿਆਰ ਜਿਹੜੇ ਉਹ ਕੈਂਸਲ ਕਰਤੇ, ਐਨਐਸਏ ਦੀ ਗੱਲ ਕਰੀ ਆ, ਨੌਜਵਾਨਾਂ ਤੇ ਐਨਐਸਏ ਲਾਤਾ ਪੰਜਾਬ ਦਿਆਂ ਤੇ ਡਿਬਰੂਗੜ੍ਹ ਭੇਜ ਦਿੱਤੇ ਗਏ ਨੇ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਮਾਹੌਲ ਆ ਉਸ ਨੂੰ ਸ਼ਾਂਤ ਰੱਖਾਂਗੇ, ਅਸੀਂ ਪੰਜਾਬ ਦਾ ਮਾਹੌਲ ਵਿਗਾੜਨ ਨਹੀਂ ਦੇਣਾ। ਕੀ ਸ਼ਾਂਤ ਹੋ ਗਿਆ? ਜਿਨ੍ਹਾਂ ਦੇ ਮਾਵਾਂ ਦੇ ਪੁੱਤ ਬਿਨਾਂ ਮਤਲਬ 400 ਮੁੰਡਾ ਪਰਚੇ ਪਾ ਜੇਲ੍ਹਾਂ ਸੜਤਾ, ਇਹ ਕੀ ਮਾਹੌਲ ਸ਼ਾਂਤ ਹੈ? ਆ ਜਿਹੜੇ ਹੁਣ ਤੁਸੀਂ ਇਲੈਕਸ਼ਨ ਵੇਖ ਲਓ, ਇਲੈਕਸ਼ਨ ਵੰਡ ਲੋਕਾਂ ਦੇ ਘਰਾਂ 'ਚ ਪੈਸੇ ਡਰਾ ਕੇ ਲੋਕਾਂ ਨੂੰ ਇਲੈਕਸ਼ਨ ਅਸੀਂ ਜਿੱਤੀ ਜਾਂਦੇ। ਇਲੈਕਸ਼ਨ ਕੋਈ ਨਹੀਂ, 24 ਆ ਜਾਣਾ, ਵੇਖ ਲਵਾਂਗੇ 24 'ਚ ਦੇਖ ਲਿਓ ਕੀ ਕੁਝ ਹੁੰਦਾ। ਸੋ ਇਹ ਸਰਕਾਰ ਦੀਆਂ ਗੱਲਾਂ ਨੇ ਵੀ ਅਸੀਂ ਬੜਾ ਹੈ ਜਿਹੜੀ ਸ਼ਾਂਤੀ ਕਰ ਰਹੇ ਹਾਂ। ਤੇ ਇਹਨਾਂ ਨੇ ਸੈਂਟਰ ਦਾ ਆਸਰਾ ਲਿਆ, ਸੈਂਟਰ ਤੋਂ ਬੁਲਾ ਲਈ। ਹੁਣ ਜਿਹੜੀ ਐਨਐਸਏ ਦੀ ਕਾਰਵਾਈ ਸੈਂਟਰ ਨੇ ਕੀਤੀ ਹੈ, ਜੇ ਪੰਜਾਬ ਸਰਕਾਰ ਏਡੇ ਜੋਗੀ ਹੁੰਦੀ ਤੇ ਇਹ ਸਾਂਭ ਲੈਂਦੇ। ਪੰਜਾਬ ਦੇ ਮਸਲੇ ਸੀ, ਇਹਨਾਂ ਦਾ ਹੀ ਇੱਕ ਐਮਐਲਏ ਆ ਵਿਜੇ ਕੁਮਾਰ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ, ਉਹ ਇਹਨਾਂ ਦਾ ਐਮਐਲਏ ਕਹਿੰਦਾ ਵੀ ਐਡੀ ਗੱਲ ਨਹੀਂ ਸੀ ਜਿੱਡੀ ਬਣਾਤੀ। ਕਹਿੰਦਾ ਅੰਮ੍ਰਿਤਪਾਲ ਤਾਂ ਅੱਧੇ ਘੰਟੇ ਵਾਸਤੇ ਕਹਿੰਦਾ ਮੈਂ ਆਪਣੇ ਕੋਲ ਬੁਲਾਉਂਦਾ, ਅੱਧੇ ਘੰਟੇ 'ਚ ਕਹਿੰਦਾ ਅੰਮ੍ਰਿਤਪਾਲ ਨੂੰ ਸਮਝਾ ਕੇ ਮੈਂ ਮਸਲੇ ਦਾ ਹੱਲ ਕੱਢ ਦੇਣਾ ਸੀ। ਨਾਲੇ ਉਹ ਉੱਚੇ ਰੈਂਕ ਦਾ ਅਫਸਰ ਬੰਦਾ ਹੈ, ਆਈਜੀ ਦੀ ਨੌਕਰੀ ਛੱਡੀ ਅਗਲੇ ਨੇ, ਉਹ ਇਹਨਾਂ ਦੀ ਪਾਰਟੀ ਦਾ ਬੰਦਾ ਕਹਿੰਦਾ ਵੀ ਮੈਂ ਸਮਝਾ ਦੇਣਾ ਸੀ। ਇਹਨਾਂ ਸਮਝਾਉਣ ਦੀ ਗੱਲ ਹੀ ਨਹੀਂ ਕੀਤੀ। ਇਹਨਾਂ ਗੱਡੀਆਂ ਲਾ ਕੇ ਵਿੱਚ ਐਨਐਸਏ ਲਾ ਕੇ ਠੋਕ ਦਿਓ ਜੀ, ਬਸ ਗੱਲ ਖਤਮ। ਕਾਰਨ ਕੀ ਮੰਨਦੇ ਹੋ ਜਿਹੜਾ ਐਨਐਸਏ ਲਾਇਆ ਗਿਆ ਨੌਜਵਾਨਾਂ ਦੇ ਉੱਪਰ? ਭਾਜੀ ਗੱਲ ਪਤਾ ਕੀ ਹੈ, ਕੋਈ ਹਿੰਦੁਸਤਾਨ ਦੀ ਗੱਲ ਕਰੇ ਤਾਂ ਇਹ ਦੇਸ਼ ਭਗਤ ਨੇ। ਇੱਕ ਬੰਦਾ ਕੱਲ ਪਾ ਕੇ ਨਾ ਮੂੰਹ 'ਤੇ ਕੱਪੜਾ ਪਾ ਕੇ ਮੁਸਲਮਾਨਾਂ ਨੂੰ ਕਹਿ ਰਹੇ ਸੀ ਫਲਾਣਾ ਕਰ ਦਾਂਗੇ ਫਲਾਣਾ ਕਰ ਦਾਂਗੇ, ਮੂੰਹ 'ਤੇ ਕੱਪੜਾ ਪਾਇਆ। ਸੋ ਕਹਿਣ ਦਾ ਭਾਵ ਇਹ ਜੋ ਬੋਲਣ ਇਹ ਚੰਗਾ ਹੈ, ਪਰ ਜੇ ਕੋਈ ਹੋਰ ਕੌਮ ਘੱਟ ਗਿਣਤੀਆਂ ਕੌਮਾਂ ਆਪਣੇ ਹੱਕਾਂ ਦੀ ਗੱਲ ਕਰਨ। ਅੱਛਾ ਦੱਸੋ, ਆ ਦਿੱਲੀ ਗੱਲ ਚੱਲ ਪਈ, ਮੈਂ ਤੁਹਾਡੀ ਗੱਲ ਕਰ ਲੈਣਾ। ਦਿੱਲੀ ਹਰਿਆਣੇ ਦੇ ਪਹਿਲਵਾਨ ਜਿਹੜੀਆਂ ਬੀਬੀਆਂ ਨੇ, ਭੈਣਾਂ ਸਾਡੀਆਂ, ਉਹ ਧਰਨੇ 'ਤੇ ਬੈਠੀਆਂ ਨੇ। ਜਦੋਂ ਤੇ ਉਹ ਮੈਡਲ ਜਿੱਤ ਕੇ ਆਉਂਦੀਆਂ ਨੇ, ਉਦੋਂ ਤੇ ਦੇਸ਼ ਦਾ ਮਾਣ ਵਧਾਉਂਦੀਆਂ ਨੇ, ਕਰੋੜਾਂ ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ।
ਜੈ ਜੈਕਾਰ ਹੁੰਦੀ ਆ, ਫੁੱਲਾਂ ਦੀ ਵਰਖਾ ਉਹਨਾਂ 'ਤੇ ਹੋ ਰਹੀ ਹੈ ਜੀ, ਉਹਨਾਂ ਨੂੰ ਗੱਡੀਆਂ 'ਤੇ ਲਿਆਇਆ ਜਾ ਰਿਹਾ, ਉਹਨਾਂ ਨੂੰ ਗਿਫਟਾਂ ਦੇ ਗਿਫਟ ਮਿਲ ਰਹੇ ਨੇ, ਉਹਨਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ। ਤੇ ਜਦੋਂ ਉਹ ਧੀਆਂ ਭੈਣਾਂ ਆਪਣਾ ਹੱਕ ਮੰਗਣ ਲੱਗ ਗਈਆਂ ਤੇ ਦੱਸੋ ਕਿਹੜੀ ਸਰਕਾਰ ਉਹਨਾਂ ਨਾਲ ਮੂੰਹ ਕਰਦੀ ਪਈ ਹੈ। ਜੇ ਮੈਡਲ ਲੈ ਕੇ ਆਉਂਦੇ ਨੇ ਤੇ ਹਮਾਰੇ ਦੇਸ਼ ਵਾਸੀਆਂ ਨੇ ਜਿੱਤਿਆ ਹੈ, ਤੇ ਜੇ ਹੁਣ ਤੁਹਾਡੇ ਦੇਸ਼ ਵਾਸੀ ਕਿੱਥੇ ਨੇ? ਉਹ ਦੇਸ਼ ਵਾਸੀ ਨਹੀਂ ਕੁੜੀਆਂ ਤੁਹਾਡੀਆਂ, ਤੁਹਾਡੇ ਮੰਤਰੀਆਂ ਤੇ ਤੁਹਾਡੇ ਐਮਐਲਏ ਤੇ ਉਹ ਕਹਿ ਰਹੇ ਨੇ ਸਾਡਾ ਉਹਨਾਂ ਨੇ ਸ਼ੋਸ਼ਣ ਕੀਤਾ, ਸਾਡੇ ਤੇ ਉਹਨਾਂ ਨੇ ਸਰੀਰਕ ਸ਼ੋਸ਼ਣ ਕੀਤਾ ਗੇਮਾਂ ਦੇ ਵਾਸਤੇ, ਤੇ ਹੁਣ ਉਹਨਾਂ ਨੂੰ ਸਜ਼ਾ ਕਿਉਂ ਦਿੰਦੇ ਪਏ? ਕਿਉਂ? ਕਿਉਂਕਿ ਆਪਣੇ ਬੰਦੇ ਆ ਰਹੇ ਨੇ। ਹੁਣ ਉਹ ਵਿਚਾਰੀਆਂ ਬੈਠੀਆਂ ਦਿੱਲੀ ਧਰਨੇ ਤੇ ਬੈਠੀਆਂ ਨੇ, ਕੌਣ ਸਾਥ ਦਿੰਦਾ ਪਿਆ? ਮੈਂ ਤੇ ਗੁੱਸਾ ਨਾ ਕਰਿਓ ਹਰਿਆਣੇ ਵਾਲਿਓ, ਲਾਹਨਤ ਪਾਨਾ ਤੁਹਾਨੂੰ ਵੀ, ਤੁਸੀਂ ਆਪਣੀਆਂ ਧੀਆਂ ਦਾ ਸਾਥ ਨਹੀਂ ਦੇ ਰਹੇ। ਫਿਰ ਪੰਜਾਬ ਵਾਲੇ ਉੱਠ ਕੇ ਤੁਰ ਪਏ ਨੇ, ਪੰਜਾਬ ਵਾਲੇ ਉੱਠ ਕੇ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਤੁਹਾਡੀਆਂ ਬੇਟੀਆਂ ਦਾ ਸਾਥ ਦੇਣ ਵਾ, ਤੁਹਾਡੀਆਂ ਧੀਆਂ ਦਾ। ਪਰ ਹਰਿਆਣੇ ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਹਾਡੀਆਂ ਧੀਆਂ ਬੇਟੀਆਂ ਤੁਹਾਡੇ ਹਰਿਆਣੇ ਦਾ ਨਾਂ ਉੱਚਾ ਕਰਨ ਵਾਲੀਆਂ ਅੱਜ ਧਰਨੇ ਤੇ ਬੈਠੀਆਂ, ਤੇ ਤੁਸੀਂ ਉਸ ਲੈਵਲ 'ਤੇ ਉਹਨਾਂ ਦਾ ਸਾਥ ਨਹੀਂ ਦੇ ਰਹੇ। ਪੰਜਾਬ ਦੇ ਹਾਲਾਤਾਂ ਦੇ ਉੱਪਰ ਜੇਕਰ ਗੱਲ ਕਰੀ ਜਾਵੇ, ਜਲੰਧਰ ਜਿਮਨੀ ਚੋਣ ਹੁੰਦੀ ਆ, ਸਰਕਾਰ ਕਹਿੰਦੀ ਜੇਕਰ ਅਸੀਂ ਇੰਨੇ ਹੀ ਮਾੜੇ ਹੁੰਦੇ ਤਾਂ ਫਿਰ ਜਲੰਧਰ ਦੇ ਵਿੱਚੋਂ ਹਾਰ ਜਾਂਦੇ, ਕਹਿੰਦੇ ਅਸੀਂ ਤਾਂ ਜਿੱਤ ਗਏ ਹਾਂ। ਚਲੋ ਦੇਖੋ ਜੀ, ਹਰ ਕੋਈ ਬੰਦਾ ਨਾ ਉਸ ਇੱਕ ਬੋਲ ਹੈ, ਕਹਿੰਦੇ ਘੁਮਿਆਰੀ ਕਦੇ ਆਪਣੇ ਭਾਂਡੇ ਸਲਾਉਂਦੀ ਹੁੰਦੀ ਹੈ, ਕਦੇ ਮਤਲਬ ਜੋ ਮਰਜ਼ੀ ਹੈ। ਸੋ ਇਸ ਕਰਕੇ ਉਹਦੀ ਜਿਸ ਕਾ ਰਾਜ ਤਿਸੀ ਕਾ ਸੁਪਨਾ, ਤੇ ਉਹ ਗੱਲ ਇਹ ਹੈ ਵੀ ਹੁਣ ਜਿਹਨਾਂ ਦਾ ਰਾਜ ਹੈ ਉਹ ਜੋ ਕੁਝ ਵੀ ਕਹਿ ਸਕਦੇ ਨੇ। ਹੁਣ ਮੈਂ ਇੰਟਰਵਿਊ ਕਰ ਰਿਹਾ, ਮੇਰੀਆਂ ਗੱਲਾਂ ਚੁੱਭਣਗੀਆਂ ਭਾਵੇਂ ਮੇਰੇ ਤੇ ਸਵੇਰੇ ਪਰਚਾ ਕਰ ਦੇਣ, ਉਹਨਾਂ ਦਾ ਕੀ ਹੈ? ਮੇਰਾ ਚੈਨਲ ਬੰਦ ਕਰ ਦੇਣ, ਉਹਨਾਂ ਦਾ ਕੀ ਹੈ ਭਾਜੀ? ਉਹ ਸਰਕਾਰ ਹੈ। ਸੋ ਠੀਕ ਹੈ, ਮੈਂ ਦੇਖੋ ਕਹਾਂਗਾ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ, ਸਮਾਂ 24 'ਚ ਲੱਗ ਜਾਣਾ ਪਤਾ। 24 ਦੀ ਗੱਲ ਕਰ ਰਹੇ ਹੋ, 24 ਦੇ ਵਿੱਚ ਯਾਰ ਮੈਂ ਨਹੀਂ ਕਹਿੰਦਾ, ਚਲੋ ਜੇ ਕੋਈ ਕਿਤੇ ਚੰਗੀ ਗੱਲ ਆ ਮੈਂ ਕਰਾਂਗਾ, ਠੀਕ ਆ। ਅੱਜ ਲੋੜਵੰਦਾਂ ਨੂੰ ਬਿਜਲੀ ਮੁਫਤ ਮਿਲਦੀ ਪਈ ਆ, ਆਪਾਂ ਮੰਨਦੇ ਆ, ਮੇਰੇ ਲਾਗੇ ਤੱਕ ਬੰਦੇ ਆ ਕਿ ਨਹੀਂ ਮਿਲਦੀ ਪਈ ਆ, ਪਰ ਜਿਹੜੇ ਤੁਸੀਂ ਕੰਮ ਕਰਨ ਵਾਲੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿਓ ਨਾ। ਅੰਮ੍ਰਿਤਪਾਲ ਨੇ ਐਸਾ ਕੀ ਗੁਨਾਹ ਕਰਤਾ ਸੀ ਯਾਰ? ਠੀਕ ਆ, ਉਹਦੀ ਪਰਸਨਲ ਲੜਾਈ ਸੀ ਉਹਦੀ, ਉਸ ਵਰਿੰਦਰ ਨਾਲ ਲੜਾਈ ਸੀ, ਠੀਕ, ਉਹ ਥਾਣੇ ਚਲਾ ਗਿਆ, ਉੱਥੇ ਪੁਲਿਸ ਵਾਲੇ ਹੁੰਦੇ ਨੇ, ਠੀਕ ਆ। ਪਰ ਤੁਸੀਂ ਐਨੇ ਨਾਲ ਤੁਸੀਂ ਪਾ ਦਿਓ ਪਰਚਾ, ਉੱਤੇ ਪਾਉਣਾ ਜਿਹੜਾ ਕਰ ਦਿਓ ਕੇਸ, ਪਰ ਤੁਸੀਂ ਐਨਐਸਏ ਲਾ ਕੇ ਉਹਨੂੰ ਤੁਸੀਂ ਉੱਥੇ ਭੇਜ ਰਹੇ ਹੋ। ਮੈਂ ਮੰਨਦਾ, ਮੈਂ ਖੁਦ ਐਗਰੀ ਕਰਦਾ, ਪੁਲਿਸ ਵਾਲੇ ਜ਼ਖਮੀ ਹੋਏ ਨੇ, ਠੀਕ ਆ, ਤੁਸੀਂ ਯਾਰ ਇੱਥੇ ਇਨਵੈਸਟੀਗੇਸ਼ਨ ਕਰੋ, ਜਿਹੜਾ ਬਣਦਾ ਉਹਦੇ 'ਤੇ ਕਾਰਵਾਈ ਕਰੋ। ਪਰ ਤੁਸੀਂ ਤਾਂ ਹਾਲਾਤ ਇੱਦਾਂ ਬਣਾਦੇ ਵੀ ਪਤਾ ਨਹੀਂ ਕਿੱਦਾਂ, ਉਹਦੇ ਕੋਲ ਕੀ ਨਿਕਲਿਆ? ਉਹਦੇ ਕੋਲ ਰਸ਼ੀਅਨ ਹਥਿਆਰ ਨਿਕਲੇ ਨੇ, ਉਹਦੇ ਕੋਲ ਟੈਂਕਾਂ ਨਿਕਲੇ, ਤੋਪ ਕੋਲ ਬੰਬ ਗੋਲੇ ਨਿਕਲੇ ਨੇ। ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹਨਾਂ ਕੋਲ ਨਿਕਲਦੇ ਨੇ? ਜਿਹੜੇ ਚਿੱਟਾ ਵੇਚਦੇ ਨੇ ਭਾਜੀ, ਉਹਨਾਂ ਕੋਲ ਸਾਰੇ ਹਥਿਆਰ ਮਿਲਦੇ ਨੇ, ਉਹਨਾਂ ਦੀ ਨਹੀਂ ਕਦੇ ਐਨਐਸਏ ਲੱਗੀ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਆਏ ਐਤਵਾਰ ਲੋਕਾਂ ਨੂੰ ਸੰਬੋਧਨ ਕਰਦੇ ਨੇ, ਬੋਲਦੇ ਰਹਿੰਦੇ ਨੇ ਕਿ ਮੇਰੇ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਪਰਵਾਨਾ ਜੀ ਮਿਲ ਕੇ ਆਏ ਨੇ, ਉੱਥੇ ਗਏ ਨੇ ਸਿੱਧੂ ਮੂਸੇਵਾਲੇ ਦੇ ਘਰ, ਜਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਦੇ? ਮੈਂ ਨਾ ਸਿੱਧੂ ਮੂਸੇਵਾਲੇ ਨੂੰ ਸੁਣਿਆ ਨਹੀਂ ਸੀ ਬਹੁਤਾ, ਨਾ ਮੇਰੇ ਕੋਈ ਉਹਦੇ ਪ੍ਰਤੀ ਵਿਊ ਸੀ ਪਹਿਲਾਂ। ਮੈਂ ਜਦੋਂ ਸਰਦਾਰ ਬਲਕੌਰ ਸਿੰਘ ਜੀ ਨੂੰ ਮਿਲਿਆ, ਉਹਨਾਂ ਦੇ ਘਰ ਮੈਂ 2 ਘੰਟੇ ਬੈਠਾ, 3 ਮਹੀਨੇ ਪਹਿਲਾਂ ਗਿਆ ਮੈਂ, ਉਦੋਂ ਜਿਹੜੀਆਂ ਗੱਲਾਂ ਦੱਸੀਆਂ ਉਸ ਵਿਅਕਤੀ ਪ੍ਰਤੀ ਮੇਰਾ ਸਤਿਕਾਰ ਵੱਧ ਗਿਆ। ਜੋ ਗੱਲਾਂ ਦੱਸੀਆਂ ਵਾਕਈ ਗਰਾਊਂਡ ਨਾਲ ਜੁੜਿਆ ਸੀਗਾ ਉਹ ਵੀਰ। ਉਹਨੂੰ ਹੁਣ ਕਾਂਗਰਸੀ ਕਹਿੰਦੇ ਨੇ ਸਾਰੇ, ਵੀ ਕਾਂਗਰਸ ਵਾਸਤੇ ਵੋਟਾਂ ਮੰਗ ਰਿਹਾ, ਤੇ ਕਹਿੰਦੇ ਨੇ ਵੀ ਉਹ ਤਾਂ ਸਿਆਸਤ ਕਰ ਰਿਹਾ। ਤੁਸੀਂ ਆਪਣੇ ਪੁੱਤ ਮਰਵਾ ਲਓ, ਤੁਸੀਂ ਸਿਆਸਤ ਕਰ ਲਓ, ਤੁਹਾਨੂੰ ਮੁਬਾਰਕ। ਕਿਹਾ ਹੀ ਬਲਕੌਰ ਸਿੰਘ ਨੇ, ਤੂੰ ਆਪਣਾ ਪੁੱਤ ਮਰਵਾ ਲੈ, ਤੂੰ ਮੰਤਰੀ ਬਣ ਜਾ। ਜੇ ਉਹਨੂੰ ਸਿਆਸਤ ਹੁੰਦੀ ਤਾਂ ਉਹ ਉੱਥੇ ਜਾ ਕੇ ਇਲੈਕਸ਼ਨ ਲੜਦਾ। ਉਹ ਤਾਂ ਇੱਕੋ ਗੱਲ ਕਹਿੰਦਾ ਵੀ ਮੇਰੇ ਪੁੱਤ ਨੂੰ ਉਹ ਕਹਿੰਦਾ ਕਰਾਂਗਾ ਮੈਂ ਤਾਂ। ਹਰੇਕ ਨੂੰ ਬੰਦੇ ਨੂੰ ਹੱਕ ਹੈ ਵਿਰੋਧ ਕਰਨ ਦਾ। ਸਰਕਾਰ ਹੈ, ਸਰਕਾਰ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰੇ, ਨਾ ਕਿ ਪਰਚੇ ਪਾ ਕੇ, ਨਾ ਕਿ ਡਰਾਬੇ ਪਾ ਕੇ ਰਾਜ ਕਰੇ। ਇੱਦਾਂ ਰਾਜ ਨਹੀਂ ਹੁੰਦੇ ਹੁੰਦੇ। ਪੰਜਾਬ ਦੀ ਹੀ ਗੱਲ ਅੱਜ ਕਰਾਂਗੇ ਤੁਹਾਡੇ ਨਾਲ। ਜੇਕਰ ਜਿਹੜੀਆਂ ਬੇਅਦਬੀਆਂ ਦੀ ਤੁਸੀਂ ਗੱਲ ਕਰੀ ਆ ਕਿ ਰਾਜਪੁਰੇ ਦੇ ਵਿੱਚ ਬੇਅਦਬੀ ਹੁੰਦੀ ਆ, ਮਰਿੰਡੇ ਦੇ ਵਿੱਚ ਬੇਅਦਬੀ ਹੁੰਦੀ ਆ, ਪਟਿਆਲੇ ਦੇ ਵਿੱਚ ਬੇਅਦਬੀ ਹੁੰਦੀ ਆ, ਉਸ ਤੋਂ ਪਹਿਲਾਂ ਬਹਿਮਲ ਕਲਾਂ ਗੋਲੀ ਕਾਂਡ ਹੁੰਦਾ, ਬਹਿਮਲ ਕਲਾਂ ਤੋਂ ਮੋਰਚਾ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ, ਫਿਰ ਚੱਕਿਆ ਜਾਂਦਾ, ਫਿਰ ਦੁਬਾਰਾ ਲੱਗ ਜਾਂਦਾ। ਆਖਰ ਅਜਿਹਾ ਕਿਉਂ ਹੁੰਦਾ ਗਾ? ਫਿਰ ਜਿਹੜੀਆਂ ਬੇਅਦਬੀਆਂ ਦਾ ਇਨਸਾਫ ਆ ਉਹ ਮਿਲਦਾ ਨਹੀਂ ਹੈਗਾ, ਤੇ ਦੂਸਰੇ ਪਾਸੇ ਮੋਰਚਿਆਂ 'ਤੇ ਮੋਰਚੇ ਲੱਗੇ ਜਾਂਦੇ ਨੇ। ਦੇਖੋ ਮੋਰਚੇ ਤਾਂ ਇਸ ਸਮੇਂ ਪੰਜਾਬ ਸਾਰੇ ਮੋਰਚਿਆਂ 'ਤੇ ਬੈਠਾ, ਕੋਈ ਬੇਰੁਜ਼ਗਾਰੀ ਦਾ, ਕੋਈ ਬੰਦੀ ਸਿੰਘਾਂ ਦਾ, ਕੋਈ ਗੁਰੂ ਸਾਹਿਬ ਦੇ ਸਰੂਪਾਂ ਦਾ, ਧਰਨਿਆਂ ਮੁਜ਼ਾਹਰਿਆਂ ਜੋਗੇ ਰਹਿ ਗਏ ਨੇ। ਇਹੀ ਲੋਕ ਉਹਨਾਂ ਧਰਨਿਆਂ 'ਤੇ ਜਾ ਕੇ, ਇਹੀ ਸਰਕਾਰ ਸੀ, ਉਹਨਾਂ ਧਰਨਿਆਂ 'ਤੇ ਜਾ ਕੇ ਵਾਅਦੇ ਕਰਦੇ ਸੀ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕਿੱਥੇ ਆ ਵਾਅਦਾ? ਕਿੱਥੇ ਨਹੀਂ ਇਹਨਾਂ ਦੇ ਵਾਅਦੇ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪਾਂ ਨਾਲ ਹੋਏ ਖਿਲਵਾੜਾਂ ਦੇ ਵਾਅਦੇ ਕਿੱਥੇ ਨੇ? ਦਿਖਾਓ ਇਹਨਾਂ ਦੇ। ਇਸ ਕਰਕੇ ਜੀ ਇਹ ਤਾਂ ਹੁਣ ਉਹ ਜਾਣਦੇ ਨੇ, ਜਿਹੜੇ ਧਰਨੇ ਮੁਜ਼ਾਹਰੇ ਕਰਦੇ ਪਏ ਨੇ, ਜਿਹੜੇ ਵੀਰ ਲਾਉਂਦੇ ਪਏ ਨੇ, ਉਹ ਜਾਣਦੇ ਨੇ, ਕਿਉਂਕਿ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਦੱਸੋ ਕੀ ਹੱਲ ਹੈ? ਸਰਕਾਰ ਦੇ ਕੰਨਾਂ ਤੱਕ ਆਵਾਜ਼ ਕਿਵੇਂ ਪਹੁੰਚਾਈਏ?
ਦਿੱਲੀ ਸੰਘਰਸ਼ ਸਾਲ ਡੇਢ ਸਾਲ ਚੱਲਿਆ, ਕਿਤੇ ਥੋੜਾ ਪੈਸਾ ਲੱਗਾ ਕਾਮ ਦਾ, ਥੋੜਾ ਪੈਸਾ ਲੱਗਾ ਕਿਤੇ ਪੰਥ ਦਾ, ਅਰਬਾਂ ਖਰਬਾਂ ਰੁਪਏ ਲੱਗਾ ਉੱਥੇ। ਸੋ ਅਣਖ ਗੈਰਤ ਦੀ ਗੱਲ ਹੁੰਦੀ ਹੈ, ਉੱਥੇ ਫਿਰ ਖੜਨਾ ਪੈਂਦਾ, ਸਟੈਂਡ ਲੈਣਾ ਪੈਂਦਾ ਜੀ। ਬੈਠੇ ਨੇ ਭਰਾ ਸਾਡੇ ਮੋਹਾਲੀ ਮੋਰਚੇ ਦੇ ਵੀ ਬੈਠੇ ਨੇ, ਸਮਰਥਨ ਕਰਦੇ ਹਾਂ ਅਸੀਂ, ਸਾਰਿਆਂ ਨੂੰ ਕਹਿੰਦੇ ਹਾਂ ਸਪੋਰਟ ਕਰੋ। ਦਿੱਲੀ ਉੱਥੇ ਸੁਖਰਾਜ ਸਿੰਘ ਨਿਆਮੀ ਵਾਲਾ ਵੀਰ ਬੈਠਾ ਹੈ, ਉਹਨੂੰ ਵੀ ਇਹੀ ਕਹਿੰਦੇ ਆਪਣੇ ਉਹ ਪਿਓ ਦਾ ਸ਼ਹੀਦ ਹੋਇਆ, ਉਹਨੂੰ ਪੁੱਛ ਕੇ ਵੇਖੋ ਨਾ ਦਰਦ ਕੀ ਹੈ। ਆਪਾਂ ਤਾਂ ਕਹਿ ਦਿੰਦੇ ਉਹ ਬੈਠਾ ਹੈ, ਉਹ ਆਪਾਂ ਤਾਂ ਕਹਿ ਦਾਂਗੇ ਅਗਲਾ ਕੋਈ ਲਾਲਚ ਨੂੰ ਬੈਠਾ ਹੈ, ਜਿਹਨੇ ਆਪਣਾ ਪਿਓ ਗਵਾਲਿਆ ਕੀ ਲਾਲਚ ਉਹਨੂੰ। ਦਿੱਲੀ ਸੰਘਰਸ਼ ਦੀ ਗੱਲ ਕਰੀਏ, ਦਿੱਲੀ ਸੰਘਰਸ਼ ਦੇ ਵਿੱਚੋਂ ਕੀ ਖੱਟਿਆ? ਦਿੱਲੀ ਸੰਘਰਸ਼ ਦੇ ਵਿੱਚ ਮੇਰੇ ਤੇ ਪਰਚੇ ਪਏ ਨੇ, ਮੇਰੇ ਤੇ ਹੁਣ 8 ਪਰਚੇ ਨੇ। ਦਿੱਲੀ ਸੰਘਰਸ਼ ਦੇ ਵਿੱਚ ਵੀ ਮੈਂ 2 ਮਹੀਨੇ ਜੇਲ੍ਹ ਕੱਟ ਕੇ ਆਇਆ, ਐਨਏ ਦੇ ਸੰਮਣ ਆਏ ਨੇ, ਅਕਾਊਂਟ ਮੇਰੇ ਬੰਦ ਨੇ 2.5 ਸਾਲ ਤੋਂ। ਬਿਜ਼ਨਸ ਮੇਰਾ ਸਾਰਾ ਖਤਮ ਹੋ ਗਿਆ, ਟੋਟਲੀ ਲੋਸ ਹੋ ਗਿਆ ਮੇਰਾ ਬਿਜ਼ਨਸ ਹੀ। ਬਹੁਤ ਚੰਗਾ ਬਿਜ਼ਨਸ ਸੀ, ਜਿਹੜੇ ਮੇਰੇ ਨੀਅਰੈਸਟ ਡੀਅਰੈਸਟ ਭੈਣ ਭਰਾ ਨੇ ਸਭ ਨੂੰ ਪਤਾ ਮੈਂ ਘਰੋਂ ਪਿੱਛੋਂ ਚੰਗਾ ਸੀ, ਪਰਿਵਾਰੋਂ ਚੰਗਾ ਮੈਂ, ਤੇ ਮੇਰਾ ਕੰਮ ਕਾਰ ਖਤਮ ਕਰਤਾ। ਹੋਰ ਹੀ ਬੜਾ ਕੁਝ ਚੱਲਿਆ, ਕਿਰਾਇਆਂ ਤੇ ਆ ਗਏ, ਆਪਣੇ ਘਰਾਂ ਤੋਂ ਕਿਰਾਇਆਂ ਤੇ ਆ ਗਏ, ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੀਆਂ ਬੱਚਿਆਂ ਦੀ ਫੀਸਾਂ ਭਰਦੇ ਸੀ ਆਪਣੇ ਕੰਮਾਂ ਕਾਰਾਂ 'ਚੋਂ, ਆਪਣੇ ਬੱਚਿਆਂ ਦੀਆਂ ਫੀਸਾਂ ਤੋਂ ਔਖੇ ਹੋ ਗਏ। ਇਹ ਖੱਟਿਆ ਹੀ ਆ, ਪਰ ਕੋਈ ਨਹੀਂ, ਉਹ ਕਹਿੰਦੇ ਰੱਬ ਨਾ ਮਾਰੇ, ਬੰਦੇ ਤੇ ਮਾਰਿਆ ਪਰਵਾਨਾ ਨਹੀਂ ਮਰਦਾ। ਜਦੋਂ ਉਹ ਪਰਮੇਸ਼ਰ ਨਾਲ ਹੈ। ਜਦੋਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਦਾ, ਤੁਸੀਂ ਕਿਹਾ ਕਿ ਕਿਸੇ ਨੇ ਸਾਥ ਨਹੀਂ ਦਿੱਤਾ, ਜੇਲ੍ਹ ਦੇ ਵਿੱਚ ਬੈਠੇ ਰਹੇ ਤੇ ਪਰਿਵਾਰ। ਤੁਸੀਂ ਤਾਂ ਗੱਲ ਕੀਤੀ ਕਹਿੰਦੇ ਦਿੱਲੀ ਖੱਟਿਆ ਕੀ, ਮੈਂ ਉਹਨਾਂ ਬੰਦਿਆਂ ਨੂੰ ਗੱਲ ਕਹਿਣੀ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਬੜਾ ਪੈਸਾ ਇਕੱਠਾ ਹੋਇਆ, ਯਾਰ ਲਿਸਟਾਂ ਲਿਆਓ ਤੇ ਪੈਸੇ ਲੈ ਜਾਓ। ਜਿਹੜੇ ਕਹਿੰਦੇ ਫਲਾਣਾ ਇੰਨਾ ਪੈਸਾ ਇਕੱਠਾ ਹੋਇਆ ਇਹਨਾਂ ਨੂੰ, ਉਹ ਲਿਸਟਾਂ ਲਿਆਓ ਤੇ ਪੈਸੇ ਜਿੱਥੋਂ ਮਰਜ਼ੀ ਦੇਵਾਂ ਮੈਂ ਦੇ ਦਾਂਗਾ। ਲਿਸਟਾਂ ਲਿਆਓ ਕਿੱਥੋਂ ਕਿੱਥੋਂ ਪੈਸਾ ਆਇਆ, ਕਿੰਨੇ ਕਿੰਨਾ ਪੈਸਾ ਸਾਨੂੰ ਭੇਜਿਆ, ਮਤਲਬ ਕਰੋੜਾਂ ਰੁਪਏ ਕਹਿੰਦੇ ਇਕੱਠਾ ਕੀਤਾ। ਹੈਗੇ ਨੇ ਕੋਈ ਵੀਰ ਸਪੋਰਟ ਕਰਨ ਵਾਲੇ, ਕੋਈ ਗਿਣਵੇਂ ਚੁਣਵੇਂ ਵੀਰ ਹੈਗੇ ਨੇ, ਉਹ ਪਰਿਵਾਰਕ ਨੇ, ਸਾਡੇ ਪਰਿਵਾਰ ਨੇ ਸਾਡੇ। ਉਹ ਜਦੋਂ ਕਹਿ ਦੀ ਔਖੇ ਵੇਲੇ ਸਾਡੀ ਬਾਂਹ ਫੜ ਲੈਂਦੇ ਨੇ। ਪਰ ਜਿਹੜੇ ਇਹ ਕਹਿੰਦੇ ਨੇ ਵੀ ਆ ਢੱਡਰੀ ਵੀ ਕਹਿੰਦਾ ਸੀ 50 ਲੱਖ ਦੇ ਪ੍ਰਬੰਧ ਨੇ ਇਕੱਠਾ ਕੀਤਾ। ਹੁਣ ਜੇ 50 ਲੱਖ ਇਕੱਠਾ ਕੀਤਾ ਹੁੰਦਾ ਮੈਂ ਕਿਰਾਏ 'ਤੇ ਤਾਂ ਨਾ ਰਹਿੰਦਾ, ਤੇਰਾ ਤਾਂ ਕਮਰਾ ਹੀ ਇਕੱਲਾ 50 ਲੱਖ ਦਾ ਬਣਿਆ ਹੋਣਾ ਹੈ ਨਾ। ਅਫਸੋਸ ਹੁੰਦਾ, ਹਾਂਜੀ ਅਫਸੋਸ ਹੁੰਦਾ। ਕਾਹਦਾ ਅਫਸੋਸ? ਕੌਮ ਵਾਸਤੇ ਆ, ਅਫਸੋਸ ਨਹੀਂ ਹੈਗਾ। ਦੁੱਖ ਲੱਗਦਾ ਵੀ ਜਦੋਂ ਆਪਣੇ ਕੌਮ ਜਿਹੜੀ ਆ ਨਾ ਲੱਤਾਂ ਖਿੱਚਦੀ ਆ, ਉਦੋਂ ਦੁੱਖ ਲੱਗਦਾ। ਅਫਸੋਸ ਕਾਹਦਾ ਭਾਜੀ? ਕਿਰਾਏ 'ਤੇ ਆ, ਜੇ ਸੜਕ 'ਤੇ ਵੀ ਰਹਿਣਾ ਪੈ ਗਿਆ, ਕੁੱਲੀ 'ਤੇ ਵੀ ਰਹਿਣਾ ਪੈ ਗਿਆ, ਮੇਰੀ ਸਿੰਘਣੀ ਮੇਰੇ ਬੱਚੇ ਰਹਿ ਲੈਣਗੇ, ਮੈਨੂੰ ਪਤਾ। ਉਹ ਕਹਿੰਦੇ ਕੋਈ ਪਰਵਾਹ ਨਹੀਂ, ਤੁਹਾਡੇ ਨਾਲ ਖੜੇ ਆ। ਦੁੱਖ ਤਾਂ ਲੱਗਦਾ ਜਦੋਂ ਆਪਣੇ ਲੱਤਾਂ ਖਿੱਚਦੇ ਨੇ, ਜਥੇਬੰਦੀਆਂ ਨਾਲ ਨਹੀਂ ਖੜਦੀਆਂ, ਜਥੇਬੰਦੀਆਂ ਨਾਲ ਸਪੋਰਟ। ਗੱਲ ਪੈਸੇ ਦੀ ਮਾਇਕੀ ਸਪੋਰਟ ਨਹੀਂ ਹੁੰਦੀ। ਕੋਈ ਆ ਕੇ ਕੋਈ ਹੱਥ ਪਰਿਵਾਰ ਕੋਲ ਬਹਿ ਕੇ, ਬੱਚਿਆਂ ਕੋਲ ਬਹਿ ਕੇ ਕੋਈ ਦੁੱਖ ਸੁੱਖ ਸਾਂਝਾ ਕਰ ਜੇ ਨਾ, ਬੰਦਾ ਨਾਲ ਚੱਲ ਠੀਕ ਆ ਵੀ ਕੋਈ ਵੀਰ ਭਰਾ ਆ ਜਾਂ ਦੁੱਖ ਸੁੱਖ ਸਾਂਝਾ ਕਰਨਾ, ਉਹ ਨਾਲ ਖੜੇ ਨੇ 4 ਵੀਰ। ਇਹ ਨਹੀਂ ਵੀ ਪੈਸੇ ਨਾਲ ਸਪੋਰਟ ਹੁੰਦੀ ਆ। ਪਰਵਾਨਾ ਹਰੇਕ ਨਾਲ ਚੱਲ ਪੈਂਦਾ ਸੀ, ਪਰ ਪਰਵਾਨੇ ਨਾਲ ਕਿਉਂ ਨਹੀਂ ਚੱਲਿਆ ਕੋਈ ਪਰਿਵਾਰ? ਚਲ ਕੋਈ ਨਹੀਂ, ਉਹ ਆਪਾਂ ਜਿੰਨੇ ਚੱਲੇ ਹੁਣ ਆਪਾਂ ਉਹਨਾਂ ਕੁ ਤੁਰ ਪਈ ਦਾ। ਆਪਾਂ ਹੁਣ ਪ੍ਰਚਾਰ 'ਚ ਧਿਆਨ ਆ ਪੂਰਾ। ਤੁਸੀਂ ਵੇਖੋ ਕੌਣ ਬਣੇਗਾ ਪਿਆਰ ਦਾ ਪੈਰਾ, ਮੇਰਾ ਬੱਚਿਆਂ ਦਾ ਕੰਸੈਪਟ ਆ, ਮੈਂ ਉਹਦੇ 'ਤੇ ਕੰਮ ਕਰਦਾ। ਰੋਜ਼ 200 300 400 ਰੋਜ਼, ਮਹੀਨੇ ਦੇ ਵਿੱਚ 20 ਕੰਪੀਟੀਸ਼ਨ ਹੁੰਦੇ ਨੇ, ਔਰ 10,000 ਬੱਚਾ ਘੱਟੋ ਘੱਟ ਮੈਂ 1 ਮਹੀਨੇ ਵਿੱਚ ਜੋੜਦਾ। 10,000 ਬੱਚੇ ਨੂੰ ਗੁਰਮਤਿ ਦੀ ਪ੍ਰੀਖਿਆ ਪੇਪਰ ਲੈਣਾ, ਮੇਰਾ ਉਹਦੇ 'ਚ ਧਿਆਨ ਆ। ਹੁਣ ਉਹਦੇ 'ਚ ਬਿਜ਼ੀ ਹੈ, ਹੋਰਾਂ ਗੱਲਾਂ ਤੋਂ ਸੰਕੋਚ ਹੈ। ਜਿਹਨੂੰ ਕਿਉਂ ਲੱਗਦਾ, ਕੋਈ ਕਹਿੰਦਾ ਡਰ ਗਏ ਵਿਕ ਗਏ। ਉਹ ਹੁਣ ਹਰੇਕ ਬੰਦਾ ਫੇਸਬੁੱਕ 'ਤੇ ਵਿਦਵਾਨ ਹੈ, YouTube 'ਤੇ ਵਿਦਵਾਨ ਹੈ, ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ, ਪਰ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ, ਕੋਈ ਦਿੱਕਤ ਨਹੀਂ। ਸੋ ਪਰ ਜਿਨ੍ਹਾਂ ਨੂੰ ਲੱਗਦਾ ਵੀ ਡਰ ਗਏ ਜਾਂ ਵਿਕ ਗਏ, ਜਿਹੜੇ ਕਹਿੰਦੇ ਵਿਕ ਗਏ ਪੈਸਾ ਲੈ ਲਿਆ, ਉਹ ਯਾਰ ਮੈਨੂੰ ਪਹਿਲਾਂ ਦੱਸੋ ਵੀ ਲਿਆ ਕਿੱਥੋਂ ਹੈ। ਜਿਹੜੇ ਕਹਿੰਦੇ ਵੀ ਇੰਨਾ ਪੈਸਾ ਲੈ ਲਿਆ, ਉਹ ਲਿਆਓ ਤਾਂ ਕੋਈ ਯਾਰ ਪ੍ਰੂਫ ਤਾਂ ਦਿਓ, ਕੋਈ ਰਿਕਾਰਡ ਤਾਂ ਕੱਢੋ ਮਾੜੇ ਮੋਟੇ। ਸਾਨੂੰ ਵੀ ਪਤਾ ਲੱਗੇ ਸਾਡੇ ਕੋਲ ਕਿੰਨਾ ਕੁ ਪੈਸਾ ਪਿਆ। ਪਰਵਾਨੇ ਦਾ ਕਸੂਰ ਕੀ ਸੀਗਾ ਜਦੋਂ ਜੇਲ੍ਹ ਦੇ ਵਿੱਚ ਜਾਣਾ ਪੈਂਦਾ ਪਰਵਾਨੇ ਨੂੰ? ਭਾਜੀ ਕਸੂਰ ਹੀ ਕੌਮ ਦੀ ਗੱਲ ਹੈ, ਹੱਕਾਂ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ। ਕਰਦੇ ਰਹਾਂਗੇ, ਠੋਕੇ ਕਰਾਂਗੇ। ਨਾਲੇ ਕਹਿੰਦੇ ਪਟਿਆਲਾ ਜਿਹੜਾ ਕਾਂਡ ਹੋਇਆ, ਪਟਿਆਲੇ ਕਾਂਡ ਦੇ ਵਿੱਚ ਪਰਵਾਨਾ ਦਾ ਦੁੱਖ ਨਿਵਾਰਨ ਬੈਠਾ ਸੀ, ਤੇ ਉਸ ਦੇ ਵਿੱਚ ਇਹਦੇ 'ਚ ਨਾ ਗੱਲ ਬੜੀ ਨਰਸਿੰਘ ਵਧੀਆ। ਜਿਹੜੇ ਬੰਦਿਆਂ ਨੇ ਕਿਰਪਾਨਾਂ ਲਹਿਰਾਈਆਂ, ਚਲੋ ਦਿੱਲੀ ਕਾਲੀ ਮਾਤਾ ਦੇ ਮੰਦਿਰ ਗਏ, ਕੁਛ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਗਦਾਰ ਤੱਕ ਦਾ ਸਰਟੀਫਿਕੇਟ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਿਆਂ ਦੇ ਉੱਪਰ ਪਰਚਾ ਨਹੀਂ ਪਿਆ, ਨਾਲੇ ਉੱਥੇ ਮੌਜੂਦ ਸੀ। ਤੇ ਜਿਹੜਾ ਗਦਾਰ ਸੀ ਉਹ 7 ਮਹੀਨੇ ਜੇਲ੍ਹ ਕੱਟ ਗਿਆ। ਮੈਨੂੰ ਗਦਾਰ ਕਹਿੰਦਾ ਸਾਡੇ ਵਾਲਿਆਂ ਨੇ, ਸਾਡੇ ਲਾਣੇ ਨੇ। 29 ਅਪ੍ਰੈਲ ਵਾਲੇ ਮਸਲੇ 'ਚ ਜਦੋਂ ਕਾਲੀ ਮਾਤਾ ਮੰਦਿਰ ਇਕੱਠ ਹੋਇਆ, ਤੇ ਕੀ ਘਟਨਾ ਸੀ ਉੱਥੇ? ਬੜੇ ਨੌਜਵਾਨ ਜਿਹੜੇ ਸੀ ਮੇਰੇ ਨਾਲ ਬੈਠੇ, ਸਭ ਨੂੰ ਪਤਾ। ਗੱਲ ਵੱਖਰੀ, ਉਹ ਕੈਮਰੇ ਮੂਹਰੇ ਨਹੀਂ ਆਉਂਦੇ, ਆ ਵੀ ਜਾਣਗੇ, ਬੋਲ ਵੀ ਦੇਣਗੇ, ਕੋਈ ਡਰ ਨਹੀਂ। ਪਰ ਮੇਰੇ ਲਾਣੇ ਨੇ, ਸਾਡੇ ਲਾਣੇ, ਸਾਡੇ ਭਰਾਵਾਂ ਨੇ ਕਸਰ ਨਹੀਂ ਛੱਡੀ ਸਰਟੀਫਿਕੇਟ ਲਾਉਣ ਦਾ ਗਦਾਰੀ ਦਾ।
ਪਰ ਜਿਹੜੇ ਸਰਟੀਫਿਕੇਟ ਗਦਾਰੀ ਦਾ ਲਾਉਂਦੇ ਸੀ ਉਹਨਾਂ ਦੇ ਕਿਸੇ ਤੇ ਪਰਚਾ ਨਹੀਂ ਪਿਆ, ਉਹ ਆਰਾਮ ਨਾਲ ਘਰ ਬੈਠੇ ਨੇ। ਤੇ ਜਿਹੜੇ ਸਾਡੇ ਵਰਗੇ ਨੂੰ ਗਦਾਰ ਕਹਿੰਦੇ ਸੀ 7 ਮਹੀਨੇ ਜੇਲ੍ਹ ਕੱਟ ਕੇ ਆਏ। ਹੁਣ ਵੇਖ ਲਓ ਵੀ ਗਦਾਰ ਜੇਲ੍ਹ ਕੱਟਦੇ ਨੇ, ਕੌਣ ਕੱਟਦਾ? 8 ਪਰਚੇ ਨੇ। ਦੀਪ ਸਿੱਧੂ ਨੂੰ ਵੀ ਗਦਾਰ ਕਿਹਾ ਸੀ। ਕਿਹਦਾ ਨਾਂ ਲੈ ਲਿਆ ਭਾਜੀ ਤੁਸੀਂ? ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਦੀਪ ਸਿੱਧੂ। ਉਹ ਆਪਣੇ ਖੂਨ ਨਾਲ ਆਪਣੇ ਦਾਗ ਧੋ ਗਿਆ। ਅਸੀਂ ਵੀ ਮਰ ਜਾਾਂਗੇ, ਫੇਰ ਸ਼ਾਇਦ ਸੱਚੇ ਹੋ ਜਾਈਏ। ਉਹ ਭਰਾ ਸਾਡਾ ਉਹ ਮਰ ਕੇ ਦੱਸ ਕੇ ਗਿਆ ਵੀ ਮੈਂ ਪੰਜਾਬ ਵਾਸਤੇ ਆਇਆ ਸੀ। ਉਹ ਸ਼ਹੀਦ ਹੋ ਕੇ ਦੱਸ ਕੇ ਆ ਵੀ ਮੈਂ ਤੁਹਾਡੇ ਵਾਸਤੇ ਆਇਆ ਸੀ। ਮੰਨਿਆ ਨਹੀਂ ਲੋਕਾਂ ਨੇ। ਉਹਦੇ ਸ਼ਹੀਦ ਹੋਣ ਤੋਂ ਬਾਅਦ ਲੋਕੀ ਮੰਨ ਗਏ ਵੀ ਉਹ ਸਾਡਾ ਸੀ। ਯਾਦ ਆਉਂਦੀ ਹੈ ਦੀਪ ਦੀ? ਬਹੁਤ, ਭੁੱਲਦਾ ਹੀ ਨਹੀਂ ਉਹ, ਬਹੁਤ ਯਾਦ ਆਉਂਦੀ ਉਹਦੀ। ਉਹਦੇ ਨਾਲ ਕੀ ਰਿਲੇਸ਼ਨ ਸੀ ਆਪਾਂ ਕਦੇ ਸੋਸ਼ਲ ਮੀਡੀਆ 'ਤੇ ਮੈਂ ਕਦੇ ਕੋਈ ਗੱਲ ਨਹੀਂ ਬਹੁਤੀ ਕਰਦਾ, ਨਾ ਮੈਂ ਕਦੇ ਕੋਈ ਇੱਦਾਂ ਦਾ ਪ੍ਰੋਗਰਾਮ ਲਿਖਦਾ ਹੈ ਨਾ। ਸਾਡੇ ਵਾਲੇ ਕਹਿੰਦੇ ਵੀ ਨਾਮ ਵਰਤਦੇ ਨੇ ਹੈ ਨਾ।